ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਮਾਂ ਹੋ ਗਿਆ, ਲਗਭਗ 3 ਮਹੀਨੇ ਦੇ ਕਰੀਬ ਹੋ ਗਏ, ਪੰਜਾਬ ਦੇ ਕਿਸਾਨ ਭਾਰਤ ਦੀ ਸਰਕਾਰ ਨਾਲ ਇੱਕ ਸੰਘਰਸ਼ ਵਿੱਚ ਨੇ ਕਿ ਉਹਨਾਂ ਦੇ ਖਿਲਾਫ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਸਰਕਾਰ ਬਹੁਤ ਸਮੇਂ ਬਾਅਦ ਇਸ ਗੱਲ ਲਈ ਥੋੜ੍ਹੀ ਬਹੁਤ ਰਾਜੀ ਹੋਈ ਸੀ ਕਿ ਕੁਝ ਚੇਂਜਸ ਕਰ ਦਿੰਦੇ ਆ, ਪਰ ਉਹ ਜਿਹੜੀ ਗੱਲ ਆ ਉਹ ਹਾਲੇ ਤੱਕ ਕਿਤੇ ਤਣ ਪੱਤਣ ਲੱਗਦੀ ਨਹੀਂ ਦਿਖਦੀ। ਉਹਦੇ ਵਿੱਚ ਬੀਤੇ ਦਿਨਾਂ 'ਚ ਕੁਝ ਨਵੀਆਂ ਗੱਲਾਂ ਆਈਆਂ ਨੇ। ਉਹਨਾਂ ਗੱਲਾਂ ਦੇ ਉੱਤੇ ਆਪਾਂ ਜਦੋਂ ਗੱਲ ਕਰੀਏ ਤਾਂ ਉਹਦੇ 'ਚ ਸੁਪਰੀਮ ਕੋਰਟ ਨੇ ਦਖਲ ਦਿੱਤਾ ਅਤੇ ਇੱਕ ਹੋਰ ਮੰਦਭਾਗੀ ਘਟਨਾ ਇਹ ਵਾਪਰੀ ਆ ਕਿ ਇੱਕ ਹੈਸੀਅਤ ਸੀ, ਇੱਕ ਹਸਤੀ ਸੀ, ਇੱਕ ਸ਼ਖਸੀਅਤ ਸੀ, ਉਹਨਾਂ ਨੇ ਆਪਣੇ ਆਪ ਨੂੰ ਖ਼ਤਮ ਕੀਤਾ। ਉਹ ਬੜੀ ਦੁਖਦਾਈ ਗੱਲ ਹੈ। ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਆਪਾਂ ਚੱਲਦੇ ਹਾਂ ਅਵਤਾਰ ਸਿੰਘ ਜੀ ਸ਼ੇਰਗਿੱਲ ਕੋਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸ਼ੇਰਗਿੱਲ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ। ਉੱਥੋਂ ਵੀ ਹੋ ਆਏ ਸੀ ਅਤੇ ਅਸੀਂ ਉਹਦੀ ਚਰਚਾ ਵੀ ਕੀਤੀ ਅਤੇ ਜ਼ਿਕਰ ਵੀ ਕੀਤਾ। ਸੁਪਰੀਮ ਕੋਰਟ ਦਾ ਇਸ ਮਾਮਲੇ ਵਿੱਚ ਦਖਲ ਦੇਣਾ, ਹਾਲਾਂਕਿ ਬਹੁਤ ਪਹਿਲਾਂ ਪੰਜਾਬ ਦੀ ਇੱਕ ਜਿਹੜੀ ਸੀਗੀ ਸਾਡੀ ਅੰਦੋਲਨ ਕਰਨ ਵਾਲੀਆਂ ਜਿਹੜੀਆਂ ਸੰਸਥਾਵਾਂ ਆ, ਸੰਗਠਨ ਨੇ ਜਿਹੜੀਆਂ, ਉਹਨਾਂ ਵਿੱਚੋਂ ਇੱਕ ਤੋਂ ਇੱਕ ਵਾਰੀ ਇੱਦਾਂ ਹੋਈ ਸੀ ਕਿ ਉਹਨਾਂ ਨੇ ਸੁਪਰੀਮ ਕੋਰਟ 'ਚ ਰਿਟ ਪਾਉਣ ਦੀ ਖਬਰ ਆਈ ਸੀ। ਦੂਜੇ ਦਿਨ ਉਹ ਰੱਦ ਕੀਤੀ ਗਈ, ਖਬਰ ਰੱਦ ਕੀਤੀ ਗਈ ਅਤੇ ਫਿਰ ਉਹ ਵਾਪਸ ਵੀ ਹੋਈ ਅਤੇ ਉਹ ਬਾਅਦ ਵਿੱਚ ਉਹ ਜਿਹੜੀ ਧਿਰ ਸੀ ਉਹ ਅੰਦੋਲਨ ਦੇ ਵਿੱਚ ਕਾਫੀ ਪਿੱਛੇ ਰਹਿ ਗਈ। ਹਾਲਾਂਕਿ ਉਹਨਾਂ ਨੇ ਸਾਥ ਨਾਲ ਜ਼ਰੂਰ ਦਿੱਤਾ ਅਤੇ ਨਾਲ ਰਹੇ ਵੀ, ਦਰਿਆਦਿਲੀ ਵੀ ਸੀ ਬਾਕੀ ਸੰਗਠਨਾਂ ਦੀ, ਅਤੇ ਉਹ ਠੀਕ ਵੀ ਸੀ। ਹੁਣ ਕਾਫੀ ਦਿਨਾਂ ਬਾਅਦ ਉਹ ਦੁਬਾਰਾ ਸੁਪਰੀਮ ਕੋਰਟ ਦਾ ਉਸ ਫਰੇਮ ਵਿੱਚ ਆਉਣਾ, ਇਹ ਸਾਰਾ ਕੁਝ ਤੁਸੀਂ ਕਿਵੇਂ ਦੇਖਦੇ ਹੋ ਅਤੇ ਘਟਨਾਕ੍ਰਮ ਹੈ ਕੀ? ਦੇਖੋ ਜੀ, ਪਹਿਲਾਂ ਤਾਂ ਮੈਂ ਉਸ ਸਿੰਘੂ ਬਾਰਡਰ 'ਤੇ ਥੋੜ੍ਹਾ ਜਿਹਾ ਦੱਸ ਦੇਵਾਂ ਪਏ। ਜਿਸ ਤਰੀਕੇ ਨਾਲ ਰੋਜ਼ਾਨਾ ਦੀ ਠੰਡ ਜਿੱਦਾਂ ਜਿਹੜਾ ਡਿਗਰੀ ਘਟੀ ਜਾਂਦਾ ਨਾ ਟੈਂਪਰੇਚਰ ਦਾ ਜੀ, ਉੱਦਾਂ ਉੱਥੇ ਜਿਹੜਾ ਜੋਸ਼ ਦਾ ਪਾਰਾ ਉਹ ਉੱਪਰ ਨੂੰ ਵੱਧ ਰਿਹਾ। ਬਿਲਕੁਲ। ਅਤੇ ਸੰਘਰਸ਼ਮਈ ਜਿਹੜੇ ਕਿਸਾਨ ਆ ਉਹ ਆਪਣੇ ਪੂਰੇ ਜੋਸ਼ ਜਜ਼ਬੇ ਦੇ ਨਾਲ ਲੈ ਕੇ ਡਟੇ ਹੋਏ ਨੇ। ਲਗਾਤਾਰ ਰੋਜ਼ਾਨਾ ਉੱਥੇ ਜੇ ਕੁਛ ਗਿਣਤੀ ਘਟਦੀ ਆ ਤਾਂ ਰੋਜ਼ਾਨਾ ਵੱਧਦੀ ਵੀ ਆ ਉੱਥੇ ਜੀ, ਅਤੇ ਉੱਥੇ ਉਹਨਾਂ ਦਾ ਜਿਹੜਾ ਜੋਸ਼ ਨਹੀਂ ਘਟਦਾ। ਇਸ ਦੌਰਾਨ ਹੀ ਜਦੋਂ ਇੰਨੇ ਦਿਨ ਹੋ ਗਏ ਉੱਥੇ ਸਿੰਘੂ ਬਾਰਡਰ 'ਤੇ ਬੈਠਿਆਂ, ਦਿੱਲੀ ਦੇ ਆਲੇ ਦੁਆਲੇ ਦੇ ਲੋਕਾਂ ਦੇ ਲਈ ਉੱਥੇ ਘੇਰਾ ਪਾਇਆ ਹੋਇਆ ਦਿੱਲੀ ਨੂੰ, ਅਤੇ ਉਹਨਾਂ ਦੇ ਵਿੱਚੋਂ ਹੀ ਇੱਕ ਆਵਾਜ਼ ਤਾਂ ਗੱਲ ਤਾਂ ਉਭਰੀ ਇਹ ਸੀਗੀ ਵੀ ਇੱਕ ਪਾਰਟੀ ਨੇ ਇੱਕ ਬੰਦੇ ਨੂੰ ਖੜਾ ਕਰਕੇ ਪਟੀਸ਼ਨ ਕਰਵਾਤੀ ਆ ਬਈ ਇਹਨੂੰ ਸ਼ਾਹੀਨ ਬਾਗ ਦੀ ਤਰ੍ਹਾਂ ਇਸ ਧਰਨੇ ਨੂੰ ਇੱਥੋਂ ਉਠਾਇਆ ਜਾਵੇ, ਕਿਉਂਕਿ ਲੋਕਾਂ ਨੂੰ ਪਰੇਸ਼ਾਨੀ ਦਿੱਕਤਾਂ ਆਉਂਦੀਆਂ ਜੀ। ਪਰ ਜੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿਤੇ ਵੀ ਨਿਗਾਹ ਮਾਰੀਏ ਤਾਂ ਉੱਥੋਂ ਦੇ ਸਥਾਨਕ ਲੋਕਾਂ ਨੇ ਕਦੀ ਵੀ ਸ਼ਿਕਾਇਤ ਨਹੀਂ ਕੀਤੀ ਵੀ ਸਾਨੂੰ ਕਿਸਾਨਾਂ ਦੇ ਵੱਲੋਂ ਕੋਈ ਪਰੇਸ਼ਾਨੀ ਹੋਈ ਆ। ਬਿਲਕੁਲ। ਸਗੋਂ ਉਹ ਆਪ ਖੁਦ ਜਾ ਕੇ ਉਸ ਅੰਦੋਲਨ 'ਚ ਬੈਠੇ ਕਿਸਾਨਾਂ ਲਈ ਕਦੇ ਦੁੱਧ, ਕਦੇ ਚਾਹ, ਕਦੇ ਪਕੌੜੇ, ਕਦੇ ਬ੍ਰੈਡ, ਕੁਛ ਨਾ ਕੁਛ ਉਹਨਾਂ ਲਈ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਰਹੇ ਆ। ਖੁਦ ਬੀਬੀਆਂ ਲਈ ਉੱਥੇ ਜਾ ਕੇ ਪਹੁੰਚਦੇ ਰਹੇ ਵੀ ਤੁਸੀਂ ਸਾਡੇ ਘਰਾਂ 'ਚ ਆ ਜਾਓ, ਤੁਸੀਂ ਆਪ ਦਾ ਜਿਹੜਾ ਇਸ਼ਨਾਨ ਪਾਣੀ ਕਰਨਾ ਆ, ਕੱਪੜੇ ਵਗੈਰਾ ਧੋਣੇ ਵਗੈਰਾ ਆ, ਉਹ ਸਾਡੇ ਘਰਾਂ 'ਚ ਕਰਕੇ ਫਿਰ ਤੁਸੀਂ ਜਾ ਕੇ ਧਰਨੇ 'ਚ ਬੈਠ ਸਕਦੇ ਆ ਜੀ। ਉਹਨਾਂ ਦਾ ਰਵੱਈਆ ਪੂਰਾ ਕੋਆਪਰੇਸ਼ਨ ਵਾਲਾ ਰਿਹਾ। ਸੋ ਇਹ ਗੱਲ ਚੱਲੀ ਸੀਗੀ ਵੀ ਉੱਥੋਂ ਉਹਨਾਂ ਨੇ ਪਟੀਸ਼ਨ ਪਾਈ ਸੀ, ਇੱਕ ਲਾਅ ਦੇ ਸਟੂਡੈਂਟ ਨੇ, ਉਹਦੀ ਸੁਣਵਾਈ ਹੋਣੀ ਸੀ ਕੱਲ੍ਹ ਜੀ। ਪਰ ਸੁਪਰੀਮ ਕੋਰਟ ਜਿਹੜਾ ਉਸ ਸੁਣਵਾਈ ਤੋਂ ਵੀ ਗਾਹਾਂ ਚਲੇ ਗਿਆ ਜੀ। ਉਹਨੇ ਇਹ ਮਹਿਸੂਸ ਕੀਤਾ ਕਿ ਹੁਣ ਜਿਹੜਾ ਇਹ ਅੰਦੋਲਨ ਹੈ ਕਿਸਾਨਾਂ ਦਾ, ਇਹ ਕੌਮੀ ਅੰਦੋਲਨ ਬਣਦਾ ਜਾ ਰਿਹਾ ਜੀ, ਕੌਮੀ ਮਸਲਾ ਬਣਦਾ ਜਾ ਰਿਹਾ, ਔਰ ਇਸ ਲਈ ਉਹਨੇ ਸਰਕਾਰ ਨੂੰ ਵੀ ਕਿਹਾ ਕਿ ਇਹਦਾ ਜਲਦ ਤੋਂ ਜਲਦ ਸੁਲਝਾਉਣਾ ਜਿਹੜਾ ਬਹੁਤ ਲਾਜ਼ਮੀ ਆ। ਇਹਨੂੰ ਉਹਨਾਂ ਨੇ ਇਕੱਲੀ ਉਸ ਪਟੀਸ਼ਨ 'ਤੇ ਸੁਣਵਾਈ ਨਹੀਂ ਕੀਤੀ, ਜਿਹੜੇ ਇਸ ਸੰਬੰਧ 'ਚ ਹੋਰ ਵੀ 2-3 ਪਟੀਸ਼ਨਾਂ ਸੀਗੀਆਂ, ਕਿਸਾਨਾਂ ਨੇ ਵੀ ਪਾਈਆਂ ਸੀਗੀਆਂ, ਉਹ ਸਾਰੀਆਂ ਪਟੀਸ਼ਨਾਂ ਦੇ ਕਲੱਬ ਕਰਕੇ ਜਦੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੋਬੜੇ ਹੋਣਾ ਨੇ ਇਹ ਪੁੱਛਿਆ ਕਿ ਤੁਸੀਂ ਇੰਨਾ ਚਿਰ ਹੋ ਗਿਆ ਮੀਟਿੰਗਾਂ ਕਰਦਿਆਂ ਨੂੰ ਵੀ ਤੁਹਾਡੇ ਵੱਲੋਂ ਇਹ ਕੰਮ ਸਿਰੇ ਨਹੀਂ ਲੱਗਾ, ਤੁਹਾਡੀਆਂ ਮੀਟਿੰਗਾਂ ਨਾਕਾਮ ਰਹੀਆਂ ਜੀ, ਅਤੇ ਜੋ ਮੈਨੂੰ ਦਿਖਾਈ ਦੇ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਮੀਟਿੰਗ ਫੇਰ ਵੀ ਬੁਲਾਉਂਦੇ ਆ ਤਾਂ ਉਹਦਾ ਕੋਈ ਮੀਟਿੰਗ ਦਾ ਸਾਰਥਕ ਨਤੀਜਾ ਨਿਕਲਣ ਦੀ ਆਸ ਨਹੀਂ ਲੱਗਦੀ ਜੀ। ਕਹਿਣ ਤੋਂ ਭਾਵ ਆ ਵੀ ਉਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਵੀ ਕੇਂਦਰ ਜਿਹੜਾ ਇੰਨੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਸੁਲਝਾਉਣ 'ਚ ਨਾਕਾਮ ਰਿਹਾ। ਫਿਰ ਜਦੋਂ ਉੱਥੇ ਸੋਲੀਸਿਟਰ ਜਨਰਲ ਨੇ ਕੇਂਦਰ ਵੱਲੋਂ ਪੇਸ਼ ਹੋਏ, ਜਿਹੜੇ ਉਹਨਾਂ ਨੇ ਚੀਫ ਜਸਟਿਸ ਨੂੰ ਧਿਆਨ ਦਵਾਇਆ ਬਈ ਅਸੀਂ ਇਹੋ ਜਿਹਾ ਕੋਈ ਕਦਮ ਕਿਸਾਨਾਂ ਦੇ ਨੁਕਸਾਨ ਦੀ ਤਰਫ ਨਹੀਂ ਕੋਈ ਚੁੱਕਿਆ, ਨਾ ਹੀ ਚੁੱਕਾਂਗੇ, ਅਸੀਂ ਹਮੇਸ਼ਾ ਹਿੱਤ 'ਚ ਰਹੇ ਹਾਂ। ਅਤੇ ਉੱਥੇ ਬੜੀ ਵਧੀਆ ਟਿੱਪਣੀ ਸੀ ਜਸਟਿਸ ਉਹਨਾਂ ਦੀ। ਉਹ ਕਹਿੰਦੇ ਆ ਵੀ ਇਹ ਕਿਹੜੀਆਂ ਗੱਲਾਂ ਤੁਸੀਂ ਕਰਦੇ ਆ ਸਮਾਂ ਤੁਹਾਡੀ ਇਹ ਗੱਲ ਕਰਨ ਦਾ ਹੈਗਾ ਜਦੋਂ ਕਿ ਤੁਹਾਡੇ ਬਣਾਏ ਹੋਏ ਕਾਨੂੰਨਾਂ ਨੂੰ ਉਹ ਪਹਿਲਾਂ ਹੀ ਕਹਿ ਚੁੱਕੇ ਵੀ ਸਾਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਆ ਜੀ, ਤੁਸੀਂ ਹੁਣ ਵੀ ਉਹੀ ਤੁਕ ਲੈ ਕੇ ਬੈਠੇ ਆ।
ਸੋ ਇਹ ਜਿਹੜਾ ਸੁਪਰੀਮ ਕੋਰਟ ਦਾ ਇਸ ਮਾਮਲੇ 'ਚ ਦਖਲ ਆ, ਇਹ ਬਹੁਤ ਮਾਇਨੇ ਰੱਖਦਾ ਆ। ਜਿਹੜੀ ਗੱਲ ਉਹਨਾਂ ਨੇ ਕਹੀ, ਸੰਕੇਤ ਦਿੱਤਾ ਵੀ ਇਹਦੇ 'ਚ ਕਮੇਟੀ ਬਣਾਈ ਜਾਣੀ ਚਾਹੀਦੀ ਆ। ਕਮੇਟੀ ਦਾ ਜ਼ਿਕਰ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ ਤੇ ਜਦੋਂ ਸੰਸਦ ਦੇ ਵਿੱਚ ਬਹਿਸ ਹੋਈ ਸੀ ਇਹਨਾਂ ਕਾਨੂੰਨਾਂ ਤੇ, ਇਹਨਾਂ ਬਿੱਲਾਂ ਤੇ, ਉਦੋਂ ਵੀ ਵਿਰੋਧੀ ਪਾਰਟੀਆਂ ਨੇ ਕਿਹਾ ਸੀਗਾ ਵੀ ਇਹਨੂੰ ਐਡੀ ਕਾਹਲ ਨਾ ਕਰੋ, ਕਰੋਨਾ ਦਾ ਦੌਰ ਚੱਲਣ ਡਿਆ, ਤੁਸੀਂ ਇੰਨੀ ਕਾਹਲੀ 'ਚ ਇਹਨੂੰ ਪਾਸ ਨਾ ਕਰੋ ਤੇ ਇਹਨੂੰ ਸਿਲੈਕਟ ਕਮੇਟੀ ਜਿਹੜੀ ਸੰਸਦ ਦੀ ਹੁੰਦੀ ਆ ਉਹਦੇ ਕੋਲ ਭੇਜ ਦਿਓ ਜੀ। ਸਰਕਾਰ ਨਹੀਂ ਮੰਨੀ। ਫਿਰ ਕਿਸਾਨਾਂ ਨੇ ਵੀ ਇਸ ਪਹਿਲੇ ਸ਼ੁਰੂਆਤ ਦੇ ਦੌਰ ਦੇ ਵਿੱਚ ਕਿਹਾ ਸੀਗਾ ਵੀ ਤੁਸੀਂ ਇਹਦੇ ਲਈ ਕਮੇਟੀ ਬਣਾ ਦਿਓ, ਕਮੇਟੀ ਉਹਦੇ ਉੱਤੇ ਵਿਚਾਰ ਕਰੇਗੀ, ਘੋਖ ਕਰੇਗੀ, ਜੋ ਕੁਝ ਗਲਤ ਹੋਊਗਾ, ਗਲਤੀ ਕੀਤੀ ਹੋਊਗੀ, ਜੋ ਇਤਰਾਜ਼ਯੋਗ ਹੋਊਗਾ ਕੱਢ ਦੋਗੇ ਵਿੱਚੋਂ ਜੀ। ਉਦੋਂ ਵੀ ਨਹੀਂ ਸੀ ਮੰਨੀ ਸਰਕਾਰ। ਗੱਲ ਹੁਣ ਆ ਗਈ ਉਸੇ ਕਮੇਟੀ ਤੇ ਫਿਰ ਮੁੜ ਕੇ ਸੁਪਰੀਮ ਕੋਰਟ ਨੇ ਫਿਰ ਦੁਬਾਰਾ ਇਹ ਕਿਹਾ ਵੀ ਇਹਦੇ ਤੇ ਇੱਕ ਕਮੇਟੀ ਬਣਨੀ ਚਾਹੀਦੀ ਹੈ ਜਿਹਦੇ ਵਿੱਚ ਸਰਕਾਰ ਦੇ ਨੁਮਾਇੰਦੇ ਵੀ ਹੋਣ, ਸੰਘਰਸ਼ ਕਰ ਰਹੀਆਂ ਕਿਸਾਨ ਸੰਗਠਨਾਂ ਦੇ ਜਿਹੜੇ ਆਗੂ ਆ ਜੀ, ਉਹ ਵੀ ਇਹਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ। ਤੇ ਜਦੋਂ ਇਹੋ ਜਿਹੀ ਗੱਲ ਆਵੇ ਤਾਂ ਉਹਨਾਂ ਨੇ ਸਾਰੇ ਸੰਗਠਨਾਂ ਦਾ ਨਾਂ ਵੀ ਪੁੱਛਿਆ ਸੁਪਰੀਮ ਕੋਰਟ ਨੇ ਵੀ ਦੱਸੋ ਉਹਨਾਂ ਦੇ ਵੱਲੋਂ ਕੀ ਮੈਂਬਰ ਕਿਹੜੇ ਆ ਸਕਦੇ ਆ ਜੀ। ਨਾਲ ਇਸੇ ਦੌਰਾਨ ਹੀ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਨੋਟਿਸ ਦੇ ਕੇ 1 ਦਿਨ ਦਾ ਸਮਾਂ ਦੇ ਕੇ ਤੇ ਜਵਾਬ ਮੰਗਿਆ ਵੀ ਤੁਸੀਂ ਇਸ ਕਮੇਟੀ ਬਾਰੇ ਕੀ ਕਰਨਾ ਚਾਹੁੰਦੇ ਹੋ, ਕੀ ਕਰ ਰਹੇ ਹੋ, ਸਾਨੂੰ 1 ਦਿਨ ਦੇ ਵਿੱਚ ਦੱਸਿਆ ਜਾਵੇ, ਕਿਉਂਕਿ ਅੱਗੇ ਜਿਹੜਾ ਅਦਾਲਤਾਂ ਦਾ ਵਿੰਟਰ ਸੈਸ਼ਨ, ਸਰਦੀਆਂ ਦੀ ਛੁੱਟੀਆਂ ਆ ਰਹੀਆਂ ਜੀ। ਸੋ ਇਹਨੂੰ ਜਦੋਂ ਦੇਖਿਆ ਜਾਵੇ ਨਾ, ਸੁਪਰੀਮ ਕੋਰਟ ਦਾ ਦਖਲ ਵੀ ਇੱਕ ਕਿਸਮ ਨਾਲ ਹੈਗਾ ਤੇ ਨਾਲ ਦੀ ਨਾਲ ਉਹ ਇੱਕ ਗੰਭੀਰਤਾ ਵੱਲ ਨੂੰ ਵੀ ਗਿਆ ਆ ਜੀ। ਕਿਸੇ ਅਦਾਲਤ ਦਾ, ਔਰ ਉਹ ਵੀ ਸਰਵਉੱਚ ਅਦਾਲਤ ਦਾ, ਇਸ ਗੰਭੀਰਤਾ ਨੂੰ ਲੈਣਾ, ਇਹ ਲੱਗਦਾ ਕਿਤੇ ਵੀ ਇਸ ਮਸਲੇ ਨੂੰ ਸੁਲਝਾਉਣ ਵਿੱਚ ਸੁਪਰੀਮ ਕੋਰਟ ਸਾਡੀ ਜਿਹੜੀ ਆ ਉਹ ਕਾਮਯਾਬ ਹੋਊਗੀ। ਕੁਝ ਹੱਦ ਤੱਕ ਆਪਾਂ ਸਮਝ ਸਕਦੇ ਹਾਂ ਜੀ, ਕਿਉਂਕਿ ਕਿਸਾਨਾਂ ਨੂੰ ਹੁਣ ਤੱਕ ਸਰਕਾਰ ਤੇ ਭਰੋਸਾ ਹੈ ਨਹੀਂ ਸੀ। ਕਿ ਭਰੋਸਾ ਕਰਦੇ ਵੀ ਕਿਵੇਂ ਆ ਜੀ, 2014 ਤੋਂ ਲੈ ਕੇ ਤਾਂ ਉਹ ਲਾਰਿਆਂ ਤੇ ਰਹੇ ਆ, ਵਾਅਦਿਆਂ ਤੇ ਰਹੇ ਆ, ਔਰ ਵਾਅਦੇ ਉਹ ਕਦੇ ਵਫਾ ਨਹੀਂ ਕੀਤੇ, ਮੁੱਕਰਦੇ ਰਹੇ ਆ ਜੀ। ਤੇ ਹੁਣ ਜਦੋਂ ਸੁਪਰੀਮ ਕੋਰਟ ਦਾ ਇਹ ਦਖਲ ਆਉਂਦਾ ਤੇ ਅਦਾਲਤ ਤੇ ਭਰੋਸਾ ਕਰਨਾ ਬਣਦਾ ਵੀ ਆ। ਜੇ ਉਹ ਆਪਣੀ ਨਿਗਰਾਨੀ 'ਚ ਕਰਦੀ ਆ ਇਸ ਮਸਲੇ ਦਾ ਹੱਲ ਤਾਂ ਫਿਰ ਚੰਗੀ ਗੱਲ ਹੈ, ਸੁਖਾਵਾਂ ਹੱਲ ਹੋਣ ਦੀ ਆਸ ਵੱਝਦੀ ਆ। ਪਰ ਜਦੋਂ ਉਹਦਾ ਅਗਲਾ ਪਹਿਲੂ ਦੇਖੀਏ ਤਾਂ ਜਿਹੜੇ ਕਿਸਾਨਾਂ ਨੇ ਇਸ ਸੰਦਰਭ 'ਚ ਮੀਟਿੰਗ ਸ਼ਾਮ ਨੂੰ ਕੀਤੀ ਸੀਗੀ, ਲੰਬਾ ਸਮਾਂ ਡਿਸਕਸ਼ਨ ਹੋਈ ਹੈ, ਸਾਰੇ ਸੰਯੁਕਤ ਮੋਰਚੇ ਦੀ 40 ਕਿਸਾਨ ਜਥੇਬੰਦੀਆਂ ਆਲੇ ਦੁਆਲੇ ਦੇ ਸਟੇਟਾਂ ਦੀਆਂ ਵੀ ਆ, 32 ਪੰਜਾਬ ਦੀਆਂ, ਸਾਰੀਆਂ ਰਲ ਕੇ। ਪਰ ਉਹਨਾਂ ਨੇ ਜੋ ਇਹ ਤਰਕ ਕੱਢਿਆ ਬਈ ਕਮੇਟੀ ਬਣਾਉਣਾ ਜਿਹੜਾ ਇਹਦਾ ਸੋਲੂਸ਼ਨ ਨਹੀਂ ਹੈ ਜੀ। ਠੀਕ ਹੈ, ਕਹਿੰਦੇ ਸੁਪਰੀਮ ਕੋਰਟ ਨੇ ਜੋ ਦਖਲ ਦਿੱਤਾ ਅਸੀਂ ਉਹਦਾ ਸਵਾਗਤ ਕਰਦੇ ਹਾਂ, ਪਰ ਹੁਣ ਇਹ ਬਹੁਤ ਦੂਰ ਚੱਲ ਗਈ ਗੱਲ। ਬਿਲਕੁਲ ਵੀ ਹੁਣ ਗੱਲ ਸਾਡੇ ਔਰ ਸਰਕਾਰ ਦੇ ਵਿੱਚ ਆ। ਤੇ ਜੋਗਿੰਦਰ ਯਾਦਵ ਨੇ ਤਾਂ ਹੁਣ ਵੀ ਇੱਥੋਂ ਤੱਕ ਵੀ ਕਹਿਤਾ ਵੀ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਜਿਹੜੀ ਵੀ ਕਮੇਟੀ ਬਣਨੀ ਜਾਂ ਇਸ ਮਸਲੇ ਦਾ ਹੱਲ ਹੋਣਾ ਉਹ ਠੀਕ ਨਹੀਂ ਲੱਗਦਾ। ਚਾਹੀਦਾ ਤਾਂ ਸਰਕਾਰ ਨੂੰ ਸੀਗਾ ਵੀ ਉਹ ਪਹਿਲਾਂ ਤੋਂ ਪਹਿਲਾਂ ਇਹਨੂੰ ਨਿਪਟਾ ਲੈਂਦੀ ਤੇ ਇਹ ਇੱਥੇ ਤੱਕ ਨੌਬਤ ਹੀ ਨਹੀਂ ਸੀ ਆਉਣੀ ਜੀ। ਅਗਲੀ ਗੱਲ ਜਿਹੜੀ ਮੇਨ ਗੱਲ ਕਹੀ ਆ, ਜਦੋਂ ਉਹਨਾਂ ਦਾ ਧਿਆਨ ਇਹ ਦਿੱਤਾ ਗਿਆ ਵੀ ਸ਼ਾਹੀਨ ਬਾਗ ਦੀ ਤਰਜ਼ ਤੇ ਇਹਨੂੰ ਧਰਨੇ ਨੂੰ ਚੁਕਾ ਦਿੱਤਾ ਜਾਵੇ, ਪਰ ਸੁਪਰੀਮ ਕੋਰਟ ਨੇ ਉਹਦੇ ਵਿੱਚ ਆਪਣਾ ਸਖਤ ਲਹਿਜਾ ਦਿਖਾ ਲਿਆ। ਸ਼ਾਹੀਨ ਬਾਗ ਦੇ ਨਾਲ ਇਸ ਅੰਦੋਲਨ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਜੀ। ਔਰ ਗੱਲ ਵੀ ਉਹਨਾਂ ਦੇ ਸਹੀ ਆ ਵੀ ਇਹ ਤਾਂ ਪੂਰੇ ਇੱਕ ਜਮਾਤ, ਇੱਕ ਕਿਸਾਨੀ ਜਮਾਤ ਦਾ ਮਸਲਾ ਆ, ਇੱਕ ਫਿਰਕੇ ਦਾ ਨਹੀਂ ਹੈਗਾ। ਇਸ ਕਿਸਾਨੀ ਜਮਾਤ ਦੇ ਨਾਲ ਮਜ਼ਦੂਰ, ਦਿਹਾੜੀਦਾਰ, ਆੜਤੀਆ, ਵਪਾਰੀ, ਹਰੇਕ ਵਰਗ ਜੁੜਿਆ ਆ। ਉਹਨਾਂ ਨੇ ਸਾਫ਼ ਹੀ ਕਹਿਤਾ ਵੀ ਇਹ ਐਡੀ ਕਾਹਲੀ ਨਹੀਂ ਹੁੰਦੀ। ਤੁਸੀਂ ਕਹਿੰਦੇ ਇੱਕਦਮ ਹੁਕਮ ਦਿਓ ਤੇ ਇਹਦੇ ਵਿੱਚ ਜਿਹੜੀ ਧਿਰ ਦੇ ਤੁਸੀਂ ਖਿਲਾਫ ਲਿਆ ਕੇ ਪਟੀਸ਼ਨ ਦਾਖਲ ਕੀਤੀ ਆ, ਉਹਨਾਂ ਦੇ ਕਿੱਥੇ ਆ ਜੀ? ਉਹਨਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਵਿੱਚ? ਸੋ ਇਹ ਕੁੱਲ ਮਿਲਾ ਕੇ ਜਿਹੜਾ ਸੁਪਰੀਮ ਕੋਰਟ ਦਾ ਇੱਕ ਕਿਸਮ ਨਾਲ ਸੈਂਟਰ ਨੂੰ ਇੱਕ ਤਾੜਨਾ ਵੀ ਆ, ਚੇਤਾਵਨੀ ਵੀ ਆ ਤੇ ਇੱਕ ਐਡਵਾਈਸ ਵੀ ਆ ਜੀ। ਵੀ ਇੱਕ ਤਾਂ ਇਹ ਲੰਬਾ ਚੱਲ ਗਿਆ, ਤੁਸੀਂ ਇਹਨੂੰ ਹੱਲ ਨਹੀਂ ਕੀਤਾ। ਦੂਸਰਾ, ਹੁਣ ਤੁਸੀਂ ਇੰਨੇ ਕਾਹਲੀ 'ਚ ਕਰਕੇ ਆ ਰਹੇ ਪਏ, ਇਹਨੂੰ ਧਰਨਾ ਚੁਕਾ ਦਿਓ ਵੀ ਇਹ ਕੌਮੀ ਮਸਲਾ ਬਣਦਾ ਜਾ ਰਿਹਾ ਜੀ। ਅਰਜੈਂਟਲੀ ਇਹਦਾ ਜਿਹੜਾ ਹੱਲ ਹੋਣਾ ਚਾਹੀਦਾ ਹੈ ਜੀ। ਬਹੁਤ ਸਾਰੇ ਸਵਾਲ ਵੀ ਉਹਨਾਂ ਨੇ ਪੁੱਛੇ, ਐਡਵੋਕੇਟ ਸੋਲਿਸਿਟਰ ਜਨਰਲ ਨੂੰ ਵੀ ਪੁੱਛੇ ਤੇ ਪਟੀਸ਼ਨ ਕਰਤਾ ਜਿਹੜਾ ਕੋਈ ਕਾਨੂੰਨ ਦਾ ਵਿਦਿਆਰਥੀ ਉਹਨੂੰ ਵੀ ਪੁੱਛੇ। ਉਹਨੇ ਵੀ ਪੁੱਛਿਆ ਗਿਆ ਕਿ ਬੰਦੇ ਕੌਣ ਨੇ, ਉਹ ਕਹਿੰਦਾ ਮੈਨੂੰ ਨਹੀਂ ਪਤਾ, ਉਹ ਕਹਿੰਦੇ ਤੂੰ ਅਖਬਾਰ ਨਹੀਂ ਪੜ੍ਹਦਾ। ਇਹੋ ਜਿਹੀਆਂ ਗੱਲਾਂ ਵੀ ਉਹ 'ਚ ਹੋਈਆਂ। ਉਹਨਾਂ ਬੰਦਿਆਂ ਦੀ ਗਿਣਤੀ ਬਾਰੇ ਵੀ ਪੁੱਛਿਆ ਗਿਆ। ਬਿਲਕੁਲ ਜੀ। ਫਿਰ ਉਹਨੂੰ ਇਹ ਵੀ ਪੁੱਛਿਆ ਕਿ ਜੇ ਇੱਥੋਂ ਧਰਨਾ ਚੁਕਾ ਦਈਏ ਤੇ ਉਹ ਬੰਦੇ ਦਿੱਲੀ ਦੀਆਂ ਸੜਕਾਂ 'ਚ ਆ ਜਾਣਗੇ, ਫਿਰ ਕੀ ਹੋਵੇਗਾ? ਜੀ ਬਿਲਕੁਲ ਬਿਲਕੁਲ। ਉਹਨਾਂ ਨੇ ਬਹੁਤ ਲੰਬੀ ਚੌੜੀ ਸੁਣਵਾਈ ਹੋਈ ਆ ਤੇ ਉਹਦੇ ਵਿੱਚ ਇਹਦੇ ਕੁੱਲ ਮਿਲਾ ਕੇ ਪਹਿਲੂ ਜੇ ਦੇਖਿਆ ਜਾਵੇ ਹਾਲ ਦੀ ਘੜੀ ਕਿ ਕਿਸਾਨਾਂ ਦੇ ਹੱਕ 'ਚ ਹੁਣ ਤੱਕ ਦੀ ਜਿਹੜੀ 1 ਦਿਨ ਦੀ ਸੁਣਵਾਈ ਸੀ ਉਹ ਕਾਫੀ ਹੱਦ ਤੱਕ ਰਹੀ ਆ। ਸੁਪਰੀਮ ਕੋਰਟ ਦੇਖੋ ਅਦਾਲਤਾਂ ਅਸਲ 'ਚ, ਮੈਂ ਜਦੋਂ ਪਹਿਲਾਂ ਵੀ ਗੱਲ ਕਰਦਾ ਹੁੰਨਾ ਵੀ ਜਦੋਂ ਸਾਰੇ ਕੰਮ ਕਰਨੇ ਅਦਾਲਤਾਂ ਨੇ ਆ ਤੇ ਫਿਰ ਸਰਕਾਰਾਂ ਦਾ ਕੀ ਕੰਮ ਹੈ ਹਨਾ। ਇੰਨਾ ਪੈਸਾ ਖਰਚਦੇ ਆ ਚੋਣਾਂ ਤੇ, ਇਲੈਕਸ਼ਨਾਂ ਤੇ, ਬੇਹਿਸਾਬਾ ਪੈਸਾ ਖਰਚ ਹੁੰਦਾ। ਖੱਜਲ ਖੁਆਰੀ ਲੋਕਾਂ ਦੀ ਵਾਧੂ ਦੀ, ਜੋ ਰੌਲਾ ਰੱਪਾ ਜਿੰਨੇ ਦਿਨ ਚੱਲਦਾ ਚੋਣ ਪ੍ਰਚਾਰ ਤੇ, ਉਹ ਕੀ ਕਰਨਾ ਹੁੰਦਾ ਜਦ ਅਖੀਰ ਜਾ ਕੇ ਕੰਮ ਹੀ ਅਦਾਲਤਾਂ ਨੇ ਕਰਨਾ। ਤਾਂ ਫਿਰ ਅਦਾਲਤਾਂ ਤੇ ਸਿੱਟ ਦਿਓ, ਕਾਹਦੇ ਲਈ ਤੁਸੀਂ ਪੰਗੇ ਵਿੱਚ ਲੈਂਦੇ ਆ? ਪਰ ਅਸੀਂ ਬਹੁਤ ਪਹਿਲਾਂ ਵੀ ਇਸ ਗੱਲ ਤੇ ਡਿਸਕਸ਼ਨ ਕੀਤੀ ਸੀ, ਬਾਤਚੀਤ ਹੋਈ ਸੀ ਇਸ ਗੱਲ ਤੇ, ਵਿਚਾਰ ਚਰਚਾ ਹੋਈ ਸੀ ਇਸ ਗੱਲ ਦੇ ਉੱਤੇ ਵੀ ਕਿ ਕੀ
ਸੁਪਰੀਮ ਕੋਰਟ ਕੋਲ ਕੋਈ ਅਧਿਕਾਰ ਹੈ ਕਿ ਉਹ ਕਾਨੂੰਨ ਜਿਹੜੇ ਬਣਾਏ ਗਏ ਨੇ, ਜਿਹੜੇ ਸੰਸਦ 'ਚ ਬਣਾਏ ਗਏ ਕਾਨੂੰਨ, ਉਹਨਾਂ ਨੂੰ ਰੱਦ ਕਰ ਸਕਦੇ ਨੇ? ਇਹਦੇ ਵਿੱਚ ਵੀ ਮੈਂ ਤੁਹਾਨੂੰ ਗੱਲ ਦੱਸ ਦਵਾਂ, ਜਦੋਂ ਕਿ ਲੱਖੋਵਾਲ ਗਰੁੱਪ ਨੇ ਸ਼ੁਰੂ ਦੇ ਵਿੱਚ ਹੀ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀਗੀ, ਤਾਂ ਉਦੋਂ ਉਹਦੇ ਤੇ ਸਵਾਲ ਕਿਉਂ ਉੱਠੇ ਸੀਗੇ? ਜੀ, ਸਵਾਲ ਇਸ ਕਰਕੇ ਉੱਠੇ ਸੀਗੇ ਵੀ ਹੋ ਸਕਦਾ ਅਦਾਲਤ ਇੱਕ ਲਾਈਨ 'ਚ ਇਹਦਾ ਨਿਬੇੜਾ ਕਰ ਦੇਵੇ ਬਈ ਇਹ ਜਿਹੜਾ ਮਾਮਲਾ ਪਾਲਿਸੀ ਮੈਟਰ ਹੈ ਸਰਕਾਰ ਦਾ, ਬਿਲਕੁਲ ਇਹਦੇ 'ਚ ਅਸੀਂ ਦਖਲ ਨਹੀਂ ਦੇ ਸਕਦੇ। ਇਸੇ ਕਰਕੇ ਉਹਦੇ ਜਿਹੜੀਆਂ ਬਾਕੀ ਜਥੇਬੰਦੀਆਂ ਉਹਨਾਂ ਤੋਂ ਨਾਰਾਜ਼ ਹੋ ਗਈਆਂ ਸੀ ਔਰ ਕਿੰਨਾ ਚਿਰ ਉਹਨੂੰ ਆਪਣੇ ਅੰਦੋਲਨ 'ਚ ਨਹੀਂ ਰਲਾਇਆ। ਖੈਰ ਹੁਣ ਨਾਲ ਹੀ ਆ ਹਰਿੰਦਰ ਲੱਖੋਵਾਲ ਨਾਲ ਹੀ ਚੱਲਣ ਡਿਆ ਉਦੋਂ ਦੇ ਦਿੱਲੀ ਦੇ ਵਿੱਚ। ਆਪਾਂ ਕਈ ਵਾਰੀ ਦੇਖਿਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬਲਬੀਰ ਰਾਜੇਵਾਲ ਉਹਨਾਂ ਦੇ ਦਰਸ਼ਨਪਾਲ ਦੇ ਨਾਲ ਬੈਠੇ ਹੁੰਦੇ ਆ। ਉਹ ਉਸ ਸੰਦਰਭ 'ਚੋਂ ਲੈ ਕੇ ਸੋਚਿਆ ਗਿਆ ਸੀਗਾ ਵੀ ਸੁਪਰੀਮ ਕੋਰਟ ਇੰਨੀ ਲਾਈਨ ਕਰਕੇ ਜਦੋਂ ਛੱਡ ਦਊਗੀ ਵੀ ਸਾਡਾ ਪਾਲਿਸੀ ਮੈਟਰ ਇਹ ਸਰਕਾਰ ਦਾ ਆ, ਅਸੀਂ ਦਖਲ ਨਹੀਂ ਦੇ ਸਕਦੇ, ਤਾਂ ਅਗਲੀ ਜਿਹੜੀ ਕਾਨੂੰਨੀ ਚਾਰਾਜੋਈ ਆ ਕਿਤੇ ਠੱਪ ਨਾ ਹੋ ਕੇ ਰਹਿ ਜਾਏ। ਜੀ, ਉਹ ਉਦੋਂ ਤੌਖਲਾ ਕਿਸਾਨਾਂ ਦੇ ਮਨ 'ਚ ਇਹ ਸੀਗਾ। ਪਰ ਹੁਣ ਜਦੋਂ ਕਿਸਾਨਾਂ ਦੇ ਨਾਲ ਜਦੋਂ ਇਹੋ ਜਿਹੀ ਪਟੀਸ਼ਨ ਚਾਹੇ ਕਿਸੇ ਰਾਹੀਂ ਘੁੰਮ ਕੇ ਆਈ ਹੋਵੇ ਜਾਂ ਕਿਸੇ ਨੇ ਆਪ ਪਾਈ ਹੋਵੇ ਵੀ ਇਹ ਧਰਨਾ ਚੁਕਾ ਦਿਓ ਜੀ, ਸਾਨੂੰ ਪਰੇਸ਼ਾਨੀ ਹੋ ਰਹੀ ਆ, ਤੇ ਉਹਦੇ ਵਿੱਚ ਲੈ ਕੇ ਜਦੋਂ ਆਪਾਂ ਗੱਲ ਕਰਦੇ ਸੀ ਕਿ ਅਦਾਲਤ ਨੂੰ ਕਈ ਵਾਰੀ ਅਦਾਲਤਾਂ 100 ਮੋਟੋ ਵੀ ਲੈ ਲੈਂਦੀਆਂ, ਜੀ ਸਵੈ ਨੋਟਿਸ ਲੈ ਲੈਂਦੀਆਂ ਕਈ ਗੱਲਾਂ ਦਾ। ਤੇ ਹੋ ਸਕਦਾ ਸਵੈ ਨੋਟਿਸ ਉਹਨਾਂ ਨੇ ਵੀ ਲੈਣ ਤੇ ਥੋੜੀ ਦੇਰੀ ਹੋ ਗਈ ਆ ਅਦਾਲਤ ਵੱਲੋਂ, ਤੇ ਉਹਦੇ 'ਚ ਜਦੋਂ ਹੁਣ ਪਟੀਸ਼ਨਾਂ ਕਲੱਬ ਹੋ ਕੇ ਸਾਰੀਆਂ ਆ ਗਈਆਂ ਤਾਂ ਉਹਦੇ 'ਚ ਇੱਕ ਚੀਫ ਜਸਟਿਸ ਦਾ ਜਿਹੜਾ ਇਹ ਟਿੱਪਣੀ ਔਰ ਇਸ ਤਰੀਕੇ ਦਾ ਸੰਕੇਤ ਦੇਣਾ ਔਰ ਸਰਕਾਰ ਨੂੰ, ਕੇਂਦਰ ਨੂੰ ਇਹ ਕਹਿਣਾ, ਇਹ ਬਹੁਤ ਵੱਡਾ ਮਾਇਨੇ ਰੱਖਦਾ ਹੈ। ਬਿਲਕੁਲ ਸਹੀ ਗੱਲ। ਜਦੋਂ ਆਪਾਂ ਇਹਨੂੰ ਹੋਰ ਸੌਖੇ ਸ਼ਬਦਾਂ 'ਚ ਕਹੀਏ ਤਾਂ ਜਿਹੜੀ ਸੁਪਰੀਮ ਕੋਰਟ 'ਚ ਪਟੀਸ਼ਨ ਗਈ ਆ ਉਸ ਧਰਨੇ ਨੂੰ ਚੱਕਣ ਲਈ ਆ ਜੀ, ਬਿਲਕੁਲ। ਤੇ ਸੁਪਰੀਮ ਕੋਰਟ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਸਾਰੀਆਂ ਕਿਸਾਨੀ ਹੱਕ ਦੇ ਵਿੱਚ ਨੇ। ਬਿਲਕੁਲ, ਉਹ ਇੱਕ ਲੈਵਲ ਗਾਹਾਂ ਚੱਲ ਗਈ ਆ, ਇਹਦੇ ਵਿੱਚ ਧਰਨੇ ਚੁੱਕਣ ਤੱਕ ਨਹੀਂ ਸੀਮਤ ਰਹੀ। ਬਿਲਕੁਲ, ਇਹਦੇ ਵਿੱਚ ਅੱਗੇ ਕੀ ਹੋਵੇਗਾ ਉਹਦੇ ਤੇ ਵਿਚਾਰ ਚਰਚਾ ਅੱਗੇ ਹੋਵੇਗੀ। ਤੇ ਹੁਣ ਸਮਾਂ ਇੱਕ ਵਕਫੇ ਦਾ ਹੈ ਜੀ, ਮਿਲਦੇ ਹਾਂ ਇਸੇ ਪ੍ਰੋਗਰਾਮ ਵਿੱਚ ਥੋੜੀ ਦੇਰ ਬਾਅਦ। ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀ ਸੁਪਰੀਮ ਕੋਰਟ ਦਾ ਇਸ ਮਾਮਲੇ ਵਿੱਚ ਦਖਲ ਦੇਣਾ, ਇਹਦੇ ਵਿੱਚ ਹੋਰ ਕੀ ਪੁਆਇੰਟ ਹੈਗੇ ਜੀ? ਕੀ ਹੋਰ ਹੋ ਸਕਦਾ? ਦੇਖੋ, ਜਿੱਥੋਂ ਤੱਕ ਤਾਂ ਉਹਨਾਂ ਦੇ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਆ ਜੀ, ਉਹਦੇ ਬਾਰੇ ਜਿਹੜਾ ਕਿਸਾਨਾਂ ਦਾ ਮੈਂ ਥੋੜਾ ਜਿਹਾ ਦੱਸ ਦਵਾਂ। ਉਹਨਾਂ ਦਾ ਇਹ ਕਹਿਣਾ ਵੀ ਇਹ ਕਮੇਟੀ ਤਾਂ ਸੈਂਟਰ ਨੂੰ ਉਦੋਂ ਬਣਾਉਣੀ ਚਾਹੀਦੀ ਸੀ ਜਦੋਂ ਅਜੇ ਕਾਨੂੰਨ ਬਣੇ ਨਹੀਂ ਸੀ ਜੀ। ਉਸ ਤੋਂ ਪਹਿਲਾਂ ਹੀ ਕਮੇਟੀ ਬਣਾਉਂਦੀ, ਇਹਦੇ ਬਾਰੇ ਵਿਚਾਰ ਚਰਚਾ ਕਰਦੀ, ਕਿਹਦਾ ਫਾਇਦਾ ਹੋ ਰਿਹਾ ਕਿਹਦਾ ਨੁਕਸਾਨ ਹੋ ਰਿਹਾ, ਉਹਦਾ ਕੁਝ ਜਾਣਨ ਦੀ ਕੋਸ਼ਿਸ਼ ਕਰਦੀ, ਫੇਰ ਹੀ ਇਹਨੂੰ ਅੱਗੇ ਵੱਧਦੀ। ਜੀ, ਉਦੋਂ ਤਾਂ ਕਾਹਲੀ 'ਚ ਸਭ ਕੁਝ ਕਰ ਦਿੱਤਾ। ਤੇ ਜਦੋਂ ਹੁਣ ਸੁਪਰੀਮ ਕੋਰਟ ਦੇ ਵਿੱਚ ਗੱਲਬਾਤ 5 ਗੇੜ ਜਦੋਂ ਖਤਮ ਨਾਕਾਮ ਰਹੇ, ਬੇਸਿੱਟਾ ਰਹੇ ਆ, ਕੋਈ ਸਿੱਟਾ ਨਹੀਂ ਨਿਕਲਿਆ, ਤੇ ਜੋ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦਾ ਜਿਹੜਾ ਸੈਂਟਰ ਦਾ ਸੋਲੀਸਿਟਰ ਜਨਰਲ ਇੱਕ ਵਾਰ ਫੇਰ ਕਹਿ ਰਿਹਾ ਵੀ ਅਸੀਂ ਗੱਲਬਾਤ ਕਰਨ ਲਈ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਚਾਹਵਾਨ ਹਾਂ ਗੱਲਬਾਤ ਕਰਨ ਦੇ, ਤੇ ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਟਿੱਪਣੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਬੜੀ ਸਾਫ਼ ਸਪਸ਼ਟ ਤੇ ਤਲਖ ਵਾਲੀ ਸੀ ਬਈ ਤੁਸੀਂ ਪਹਿਲੀਆਂ ਮੀਟਿੰਗਾਂ ਤਾਂ ਨਾਕਾਮ ਰਹੀਆਂ ਜੀ, ਹੁਣ ਫਿਰ ਤੁਸੀਂ ਕਹਿੰਦੇ ਆ ਵੀ ਮੀਟਿੰਗ ਕਰਨ ਲਈ ਚਾਹਵਾਨ ਆ ਜਾਂ ਮੀਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਵੀ ਇਹ ਇੰਨਾ ਲੰਮਾ ਸਮਾਂ ਕਿਉਂ? ਇਹਨੂੰ ਹੁਣ ਤੱਕ ਨਿਬੇੜਿਆ ਜਾਣਾ ਚਾਹੀਦਾ ਸੀਗਾ। ਸੋ ਇਹ ਜਦੋਂ ਇਹੋ ਜਿਹਾ ਅਦਾਲਤ ਦੇ ਵਿੱਚੋਂ ਟਿੱਪਣੀਆਂ ਆ ਜਾਣ, ਕੇਂਦਰ ਨੂੰ ਜਦੋਂ ਇਦਾਂ ਦੀ ਗੱਲ ਹੋ ਜਾਏ ਟਿੱਪਣੀ ਕਰਕੇ ਵੀ ਤੁਸੀਂ ਇਸ ਮਸਲੇ ਨੂੰ ਸੁਲਝਾਉਣ 'ਚ ਨਾਕਾਮ ਰਹੇ, ਤਾਂ ਫਿਰ ਕਿਤੇ ਕਿਤੇ ਸੈਂਟਰ ਨੂੰ ਵੀ ਸੋਚਣਾ ਚਾਹੀਦਾ। ਜਦੋਂ ਉਹਨਾਂ ਨੇ ਬਿੱਲ ਨੂੰ ਲੈ ਕੇ ਸੋਧਾਂ ਤੱਕ ਪਹੁੰਚ ਗਏ ਆ ਤੇ ਹਾਂ ਵੀ ਸਾਡੇ ਤੇ ਦੇਖੋ ਜਿਹੜੀ ਗਲਤੀ ਹੋਈ ਹੋਊਗੀ ਉਹੀ ਸੋਧ ਕਰੂਗਾ ਨਾ। ਬਿਲਕੁਲ, ਜਿਹਨੇ ਮੰਨਿਆ ਹੀ ਆ ਵੀ ਮੈਂ ਗਲਤੀ ਹੋਈ ਨਹੀਂ ਤਾਂ ਫਿਰ ਸੋਧਾਂ ਦੀ ਗੱਲ ਕਿੱਥੋਂ ਆਉਣੀ ਆ? ਤੇ ਜਦੋਂ ਹੁਣ ਸੋਧਾਂ ਦੀ ਗੱਲ ਆ ਗਈ ਤੇ ਇਟਮਿਸ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਨਾ ਜੀ ਵਿੱਚ ਖਾਮੀ ਰਹਿ ਗਈ ਆ ਜੀ। ਪਰ ਹੁਣ ਜਦੋਂ ਉਹ ਕਰ ਰਹੇ ਆ ਵੀ ਅਸੀਂ ਸਾਰਾ ਕੁਝ ਦੇਣ ਨੂੰ ਤਿਆਰ ਆ, ਜੇ ਉਹ ਸਾਰਾ ਕੁਝ ਕਰਕੇ, ਤੇ ਜਦੋਂ ਇਹ ਕਾਨੂੰਨੀ ਦਾਅ ਪੇਚ ਵਿੱਚ ਪੈ ਗਿਆ ਮਸਲਾ, ਤੇ ਇਹਦੇ ਵਿੱਚ ਲੋਕਾਂ ਦੇ ਜਿਹੜੇ ਮਨਾਂ ਦੀ ਗੱਲ ਜੇ ਆਪਾਂ ਕਰੀਏ ਤਾਂ ਉਹਨਾਂ ਨੂੰ ਇਹ ਲੱਗਦਾ ਹੋਊਗਾ ਵੀ ਜੇ ਸੁਪਰੀਮ ਕੋਰਟ ਦਾ ਦਖਲ ਦਿੱਤਾ ਜਿਹੜਾ, ਇਹਦੇ ਨਾਲ ਕੁਛ ਹੱਦ ਤੱਕ ਇਹਦੀ ਜਿਹੜੀ ਮਸਲਾ ਸੁਲਝਣ ਦੀ ਆਸ ਜਿਹੜੀ ਆ ਉਹ ਪੈਦਾ ਹੋਈ ਆ। ਕਿਉਂਕਿ ਪਹਿਲਾਂ ਤਾਂ ਸਰਕਾਰ ਟਸ ਤੋਂ ਮਸ ਹੋਈ ਨਹੀਂ ਰਹੀ ਸੀ ਨਾ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਇਹ ਮਸਲਾ ਰੱਖਿਆ ਸੀ ਕਿਸਾਨਾਂ ਨੇ ਵੀ ਜੇ ਤਾਂ ਕਾਨੂੰਨ ਰੱਦ ਕਰਨੇ ਆ, ਕਾਨੂੰਨ ਵਾਪਸ ਲੈਣੇ ਆ ਤਾਂ ਅਸੀਂ ਗੱਲਬਾਤ ਕਰਦੇ ਆ। ਤੇ ਸੁਪਰੀਮ ਕੋਰਟ ਦੇ ਵਿੱਚ ਸੋਲੀਸਿਟਰ ਜਨਰਲ ਕਹਿ ਰਹੇ ਜੀ ਅਸੀਂ ਹਜੇ ਵੀ ਗੱਲਬਾਤ ਕਰਨ ਦੀ ਇੱਛਾ ਰੱਖਦੇ ਆ ਜਾਂ ਗੱਲਬਾਤ ਕਰਨਾ ਚਾਹੁੰਦੇ ਆ ਜੀ। ਤੇ ਗੱਲ ਤਾਂ ਉੱਥੇ ਆ ਜਾਂਦੀ ਨੇ ਵੀ ਉਹ ਗੱਲਬਾਤ ਤੁਹਾਡੇ ਜਿਹੜੀ ਸ਼ਰਤ ਰੱਖੀ ਆ ਉਹ ਤੋਂ ਅੱਗੇ ਜਾਣਾ ਨਹੀਂ ਚਾਹੁੰਦੇ, ਜੇ ਤੁਹਾਡੀ ਗੱਲਬਾਤ ਦਾ ਫਾਇਦਾ ਕੀ ਆ? ਜੇ ਆਪਾਂ ਉੱਥੇ ਆਈਏ 8 ਤਰੀਕ ਤੋਂ ਬਾਅਦ 17-18 ਤਰੀਕ ਹੋ ਗਈ, ਕੋਈ ਗੱਲ ਤਾਂ ਹੋਈ ਨਹੀਂ। ਹੁਣ ਤਾਂ ਫਿਰ ਉਹਨਾਂ ਨੇ ਸਿੱਟੀ ਗੇਂਦ ਇਹਨਾਂ ਤੇ ਸਿੱਟਤੀ ਨਾ, ਕਿਸਾਨਾਂ ਦੇ ਪਾਲੇ 'ਚ ਸਿੱਟਤੀ ਗੇਂਦ ਨਾ ਬਈ ਹੁਣ ਤੁਸੀਂ ਦੱਸੋ ਸਾਨੂੰ ਜੀ ਵੀ ਤੁਹਾਨੂੰ ਕੋਈ ਗੱਲਬਾਤ ਕਰਨ ਦਾ ਜਦੋਂ ਕਦੋਂ ਤਰੀਕ ਡੇਟ ਦਿੰਦੇ ਆ ਤਾਂ ਅਸੀਂ ਗੱਲਬਾਤ ਕਰੀਏ। ਜੇ ਆਪਾਂ ਉਹਦਾ ਕਿਸਾਨੀ ਵਾਲਾ ਪੱਖ ਦੇਖੀਏ ਤੇ ਕਿਸਾਨ ਤੇ ਕਹਿੰਦੇ ਆ ਕਿ ਕਮੇਟੀ ਬਣਾ ਕੇ ਗੱਲ ਕਰ ਲਓ, ਪਰ ਪਹਿਲਾਂ ਪਿਛਲੇ ਕਾਨੂੰਨ ਵਾਪਸ ਲੈ ਲਓ, ਉਸ ਤੋਂ ਬਾਅਦ ਗੱਲਬਾਤ ਕਰਕੇ ਕੋਈ ਨਵੀਂ ਚੀਜ਼ ਬਣਾਉਣੀ ਉਹਨੂੰ ਲੈ ਲਓ। ਉਹ ਕਹਿ ਰਹੇ ਆ ਵੀ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਜੀ, ਇਹ ਮਤ ਤੁਸੀਂ ਭਰਮ ਫੈਲਾਓ ਗੱਲਬਾਤ ਤੋਂ ਭੱਜ ਰਹੇ ਆ, ਗੱਲਬਾਤ ਤੋਂ ਨਹੀਂ ਭੱਜ ਰਹੇ, ਪਰ ਤੁਸੀਂ ਜਿਹੜਾ ਸਾਨੂੰ ਸਾਡੇ ਅੰਦੋਲਨ ਨੂੰ ਔਰ ਸਾਨੂੰ ਬਦਨਾਮ ਦੀ ਕੋਸ਼ਿਸ਼ ਕਰ ਰਹੇ ਆ, ਇਹ ਸਹੀ ਨਹੀਂ ਹੈ।
ਮਤਲਬ ਟੇਬਲ ਤੇ ਬੈਠ ਕੇ ਵੀ ਮੈਂ ਨਾ ਮਾਨੂੰ ਵਾਲਾ ਜਿਹੜਾ ਰੋਕਿਆ ਉਹ ਫਿਰ ਉਹ ਗੱਲਬਾਤ ਥੋੜੀ ਆ। ਗੱਲ ਇਹੀ ਹੈ ਨਾ ਜੀ, ਹੁਣ ਉਹਨਾਂ ਨੇ ਕੱਲ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਜਿਹੜੀਆਂ ਸਾਡੇ ਇੱਕ ਪਾਸੇ ਸਾਡੇ ਨਾਲ ਗੱਲਬਾਤ ਕਰ ਰਹੇ ਆ, ਇੱਕ ਪਾਸੇ ਤੁਸੀਂ ਪੈਰਲਲ ਮੀਟਿੰਗਾਂ ਕਰ ਰਹੇ ਆ ਕਿਸਾਨ ਜਥੇਬੰਦੀਆਂ ਪਤਾ ਨਹੀਂ ਕਿਹੜੀਆਂ, ਉਹ ਕਹਿੰਦੇ ਉਠਾਲ ਕੇ ਲਿਆ ਕੇ ਬਿਠਾਤੀਆਂ ਜੀ। ਮੈਂ ਸੁਣਦਾ ਸੀਗਾ ਡਾਕਟਰ ਨਰਸ਼ਨਪਾਲ ਹੁਣੀ ਆ, ਬੜੇ ਸੀਨੀਅਰ ਬੰਦੇ ਆ ਕਿਸਾਨ ਆਗੂਆਂ ਦੇ ਵਿੱਚ ਜੀ। ਉਹਨਾਂ ਨੂੰ ਪੁੱਛਿਆ ਗਿਆ ਬਈ ਤੋਮਰ ਹੁਣੀ ਆ ਜਿਹੜੇ ਦੱਸਦੇ ਆ ਵੀ ਫਲਾਣਾ ਕਿਸਾਨ ਸੰਗਠਨ ਆਇਆ ਸੀਗਾ ਜੀ, ਫਲਾਣਾ ਆਇਆ ਸੀਗਾ ਜੀ, ਉਹ ਇਹਨਾਂ ਦੀ ਹਮਾਇਤ ਕਰ ਗਏ ਜੀ। ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਆ ਵੀ ਇਹ ਮਸਲਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਭਵਿੱਖ ਦਾ ਮਸਲਾ ਆ, ਜਿੱਥੇ ਕਿ MSP ਔਰ ਮੰਡੀਕਰਨ ਚੱਲਦਾ ਸੀ। ਤੇ ਜੇ ਤੁਸੀਂ ਹੁਣ ਹੋਰਨਾਂ ਰਾਜਾਂ ਦੇ ਸੰਗਠਨਾਂ ਨੂੰ ਬੁਲਾ ਕੇ ਉਹਦੇ ਨਾਲ ਗੱਲ ਕਰਕੇ ਉਹਨੂੰ ਕਹੀ ਜਾਓ ਵੀ ਦੇਖੋ ਜੀ ਇਹ ਹਮਾਇਤ ਕਰ ਗਏ, ਉਹਨਾਂ ਕੋਲ ਤਾਂ ਪਹਿਲਾਂ ਹੀ ਹੈ ਨਹੀਂ MSP ਜੀ, ਉਹਨਾਂ ਕੋਲ ਤਾਂ ਪਹਿਲਾਂ MSP ਹੈ ਨਹੀਂ, ਉਹਨਾਂ ਤਾਂ ਹਮਾਇਤ ਕਰਨੀ। ਦੂਸਰੀ ਗੱਲ ਜਿਹੜੀ ਡਾਕਟਰ ਦਰਸ਼ਨਪਾਲ ਨੇ ਕਹੀ ਸੀ ਵੀ ਐਸ ਸੰਗਠਨ ਦਾ ਨਾਂ ਲੈ ਰਹੇ ਆ, ਕਿਤੇ ਸੁਣਿਆ ਤੁਸੀਂ? ਜੀ। ਅੱਜ ਤੱਕ ਮੈਨੂੰ ਤਾਂ ਕਿਤੇ ਨਹੀਂ ਇਹਨਾਂ ਦਾ ਨਾਂ ਸੁਣਿਆ ਗਿਆ। ਫਿਰ ਜੋਗਿੰਦਰ ਯਾਦਵ ਵੀ ਕਹਿ ਰਿਹਾ ਸੀ ਵੀ ਇਹਨਾਂ ਦੇ ਆਪਣੇ ਗੁਆਂਢੀ ਨੂੰ ਨਹੀਂ ਪਤਾ ਹੋਣਾ ਵੀ ਸਾਡਾ ਸੰਗਠਨ ਕੋਈ ਸੀਗਾ ਇੱਥੇ ਤੇ ਇਹ ਸੰਗਠਨ ਕਿੱਥੋਂ ਸਰਕਾਰ ਬਣਾਈ ਜਾਂਦੀ ਆ। ਸੋ ਉਹਨਾਂ ਨੇ ਇਸ ਗੱਲ ਨੂੰ ਵੀ ਬੜਾ ਇਤਰਾਜ਼ ਕੀਤਾ ਵੀ ਤੁਸੀਂ ਪੈਰਲਲ ਮੀਟਿੰਗਾਂ ਕਰ ਰਹੇ ਆ ਜੀ। ਪੈਰਲਲ ਮੀਟਿੰਗਾਂ ਸਰਕਾਰ ਦਾ ਵਰਸ਼ਨ ਜੇ ਆਪਾਂ ਲਈਏ ਤਾਂ ਉਹਨਾਂ ਦਾ ਇਹ ਆ ਵੀ ਅਸੀਂ ਇਹਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਵੀ ਤੁਸੀਂ ਵਿਰੋਧ ਕਰ ਰਹੇ ਆ, ਆਹ ਦੇਖੋ ਜੀ ਸਾਡੇ ਕੋਲ ਆ ਕੇ ਵਫਦ ਲੈ ਕੇ ਆ ਰਹੇ ਆ ਤੇ ਇਹ ਸਾਨੂੰ ਕਰ ਰਹੇ ਆ ਜੀ, ਹਮਾਇਤ ਕਰ ਰਹੇ ਆ। ਉਹਦੇ ਵਿੱਚ ਇੱਕ UP ਦੇ ਕਿਸਾਨ ਸੰਗਠਨ ਦਾ ਜ਼ਿਕਰ ਵੀ ਆਇਆ ਸੀ, ਉਹ ਕਹਿੰਦੇ ਜੀ ਅਸੀਂ 1 ਮਹੀਨੇ ਲਈ ਅੰਦੋਲਨ ਟਾਲਦੇ ਆ। ਹੁਣ ਡਾਕਟਰ ਦਰਸ਼ਨਪਾਲ ਹੁਣੀ ਕਹਿੰਦੇ ਆ ਵੀ 1 ਮਹੀਨੇ ਦੀ ਟਾਲਦੇ, ਇਹ ਤਾਂ ਬੜੀ ਹਾਸੇ ਵਾਲੀ ਗੱਲ ਆ ਵੀ ਇੱਕ ਦਿਨ ਕੀਤਾ ਕਦੋਂ ਉਹਨਾਂ ਨੇ ਜੀ ਜਿਹੜਾ ਮਹੀਨੇ ਲਈ ਟਾਲਣਾ ਜੀ। ਸਾਨੂੰ ਦੱਸਣ ਤਾਂ ਅਸੀਂ ਕਿੱਥੇ ਸੰਘਰਸ਼ ਬੈਠੇ ਹੋ। ਜੋਗਿੰਦਰ ਯਾਦਵ ਵੀ ਕਹਿ ਰਿਹਾ ਸੀ ਵੀ ਬੜੀ ਹਾਸੋਹੀਣੀ ਵਾਲੀ ਗੱਲ ਪੈਦਾ ਹੁੰਦੀ ਆ ਜਿਸ ਬੰਦੇ ਨੇ ਕਿਤੇ ਅੰਦੋਲਨ 'ਚ ਹਿੱਸਾ ਹੀ ਨਹੀਂ ਲਿਆ, ਕਿਤੇ ਸੰਘਰਸ਼ 'ਚ ਬੈਠਾ ਦਿਸਿਆ ਨਹੀਂ। ਉਹ ਕਹਿੰਦੇ ਮੀਡੀਆ ਵਾਲਿਆਂ ਨੂੰ ਪੁੱਛਦੇ ਤੁਸੀਂ ਦੱਸੋ ਕਦੇ ਫੋਟੋ ਦੇਖੀ ਇਹਨਾਂ ਦੀ ਅੰਦੋਲਨ ਦੇ ਵਿੱਚ ਜੀ, ਜਾਂ ਕਿਸੇ ਵੀਡੀਓ ਦੇਖੀ ਤੁਸੀਂ? ਤਾਂ ਫਿਰ ਇਹ ਸਰਕਾਰ ਇਸ ਤਰੀਕੇ ਨਾਲ ਕਿਉਂ ਪੇਸ਼ ਆਉਂਦੀ ਆ? ਹਾਲੇ ਵੀ ਕੁਝ ਨਹੀਂ ਵਿਗੜਿਆ, ਸਮਾਂ ਬਹੁਤ ਲੰਬਾ ਹੋ ਚੁੱਕਾ ਆ, ਠੀਕ ਆ, ਪਰ ਸਬਰ ਸੰਤੋਖ ਜਿਹੜਾ ਸਿੱਧਕ ਲੈ ਕੇ ਕਿਸਾਨ ਉੱਥੇ ਬੈਠੇ ਆ ਉਹ ਧੰਨ ਜਿਗਰਾ ਉਹਨਾਂ ਦਾ ਜੀ। ਇਹ ਅਸੀਂ ਪਹਿਲਾਂ ਵੀ ਦੇਖਿਆ ਕਿ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ ਤਿੰਨੋਂ ਪਾਸਿਆਂ ਤੋਂ ਕੰਮ ਕਰਦੀ ਆ। ਉਹ ਇੱਕ ਪਾਸੇ ਤਾਂ ਕਹਿੰਦੇ ਅਸੀਂ ਗੱਲ ਕਰਦੇ ਆ, ਦੂਜੇ ਪਾਸੇ ਉਹ ਕੁਝ ਇਸ਼ਤਿਹਾਰ ਅਖਬਾਰਾਂ 'ਚ ਹੋਰ ਦਿੰਦੇ ਆ ਤੇ ਉਹਨਾਂ ਦੇ ਜਿਹੜੇ ਮੰਤਰੀ ਆ, ਜਿਹੜੇ ਕੈਬਨਿਟ ਦੇ ਬੰਦੇ ਨੇ, ਉਹਨਾਂ ਦੀ ਜਿਹੜੀ ਬੋਲਬਾਣੀ ਆ ਕੁਝ ਹੋਰ ਦੱਸਦੀ ਆ। ਦੇਖੋ ਪਾਲਿਸੀ ਦੀ ਤੁਸੀਂ ਗੱਲ ਕੀਤੀ ਆ ਜੀ, ਹੁਣ ਕਿਸਾਨ ਤਾਂ ਬੈਠੇ ਆ ਦਿੱਲੀ ਦੀਆਂ ਬਰੂਹਾਂ ਤੇ ਜੀ, ਜਿੱਥੇ ਸੈਂਟਰ ਸਰਕਾਰ ਤੱਕ ਪਹੁੰਚ ਸਿਰਫ 1-1.5 ਘੰਟੇ ਦਾ ਰਸਤਾ ਆ ਜੀ, ਵੱਧ ਤੋਂ ਵੱਧ 2 ਘੰਟੇ ਹੋਊਗਾ। ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਆ ਜੀ। ਤੇ ਇਹ ਵੀ ਆਪਣੇ ਆਪ 'ਚ ਇੱਕ ਅਚੰਭਾ ਪੈਦਾ ਕਰਨ ਵਾਲੀ ਹੈ ਨਾ ਜੀ। ਇਹ ਮਸਲਾ ਮੰਗ ਤੁਹਾਡੇ ਕੋਲ ਰਹੇ ਆ, ਤੁਹਾਡੇ ਬਰੂਹਾਂ ਦੇ ਬਿਲਕੁਲ ਕੋਲ ਆ ਕੇ ਕਿਸਾਨ ਬੈਠੇ ਆ, ਉਹਨਾਂ ਨਾਲ ਤਾਂ ਤੁਸੀਂ ਗੱਲਬਾਤ ਕਰਨ ਦੀ ਕਦੀ ਇੱਛਾ ਨਹੀਂ ਜਤਾਈ ਜੀ, ਕਦੀ ਇਹ ਕੋਸ਼ਿਸ਼ ਨਹੀਂ ਕੀਤੀ ਵੀ ਚਲੋ ਮੈਂ ਇਹਨਾਂ ਨਾਲ ਗੱਲ ਕਰ ਲਵਾਂ। ਜਿੱਥੋਂ ਤੱਕ ਲੱਗਦਾ ਸੀਗਾ ਵੀ ਪਹਿਲਾਂ ਸਿਰਫ ਖੇਤੀ ਮੰਤਰੀ, ਰੇਲ ਮੰਤਰੀ ਤੇ ਹੋਰ ਮੰਤਰੀ ਹੀ ਗੱਲਬਾਤ ਕਰਦੇ ਸੀ, ਪਰ ਜਦੋਂ ਗ੍ਰਹਿ ਮੰਤਰੀ ਨੇ ਦਖਲ ਦਿੱਤਾ ਸੀ ਫਿਰ ਵੀ ਇੱਕ ਆਸ ਲੋਕਾਂ 'ਚ ਵੱਝੀ ਸੀਗੀ ਵੀ ਹੁਣ ਦਖਲ ਜਿਹੜਾ ਗ੍ਰਹਿ ਮੰਤਰੀ ਦੇ ਰਹੇ ਆ ਤੇ ਇਹਦਾ ਕੁਛ ਨਾ ਕੁਛ ਸੋਲੂਸ਼ਨ ਨਿਕਲ ਆਊਗਾ ਜੀ, ਪਰ ਫਿਰ ਨਹੀਂ ਨਿਕਲਿਆ। ਤੇ ਫਿਰ ਆਸ ਸੀਗੀ ਵੀ ਪ੍ਰਧਾਨ ਮੰਤਰੀ ਸਾਹਿਬ ਖੁਦ ਕਿਉਂ ਨਹੀਂ ਗੱਲ ਕਰਦੇ ਜੀ। ਤੇ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਨਾਲ ਗੱਲ ਕਰਨ ਦੀ ਬਜਾਏ ਹਜ਼ਾਰਾਂ ਕਿਲੋਮੀਟਰ ਦੂਰ ਜਾ ਕੇ ਗੁਜਰਾਤ ਦੇ ਕਿਸਾਨਾਂ ਨਾਲ ਗੱਲ ਕਰ ਰਹੇ ਆ। ਮੈਂ ਥੋੜਾ ਜਿਹਾ ਜੇ ਗਲਤ ਨਾ ਹੋਵਾਂ ਤੇ 3-4 ਸਾਲ ਪਹਿਲਾਂ ਇਹਨਾਂ ਕਿਸਾਨਾਂ ਨੂੰ ਹੀ ਇਹਨਾਂ ਦੀਆਂ ਆਪਣੀਆਂ ਜ਼ਮੀਨਾਂ ਤੋਂ ਉਜਾੜਨ ਦੀਆਂ ਖਬਰਾਂ ਮੀਡੀਆ 'ਚ ਆਈਆਂ ਸੀ। ਬਿਲਕੁਲ, ਹੁਣ ਇਹ ਨਹੀਂ ਹਜੇ ਪਤਾ ਲੱਗਾ ਵੀ ਉਹ ਉਹੀ ਕਿਸਾਨ ਆ ਜਾਂ ਕਿਤੇ ਹੋਰ ਇਕੱਠੇ ਕਰਕੇ ਲਿਆ ਕੇ ਬਿਠਾਇਆ ਮੀਟਿੰਗ ਕਰਨੀ ਹੈ ਨਾ। ਬਿਲਕੁਲ। ਫਿਰ ਅਗਲੀ ਗੱਲ ਵੀ ਸਰਕਾਰ ਇਸ ਤਰੀਕੇ ਨਾਲ ਕਿਉਂ ਪੇਸ਼ ਕਰਦੀ ਆ? ਜਦ ਤੁਹਾਨੂੰ ਪਤਾ ਗੁਜਰਾਤ ਦੇ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਇਹਦੇ 'ਚ ਜੀ, ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ, ਬਿਹਾਰ ਦੇ ਕਿਸਾਨਾਂ ਦਾ ਕੋਈ ਨੁਕਸਾਨ, ਜਿਹਨੂੰ ਮਰਜ਼ੀ ਮਿਲੀ ਜਾਓ। ਜਦੋਂ ਉਹਨਾਂ ਨੂੰ ਕੋਈ ਨੁਕਸਾਨ ਹੀ ਹੈ ਨਹੀਂ ਤਾਂ ਉਹਨਾਂ ਨੂੰ ਕੀ ਕਹਿਣਗੇ? ਉਹ ਕਹਿਣਗੇ ਠੀਕ ਹੈ ਜੀ, ਸਾਡੇ ਲਈ ਤਾਂ ਪਹਿਲਾਂ ਹੀ ਠੀਕ ਆ ਜੀ। ਬਿਹਾਰ 'ਚ ਹੈ ਨਹੀਂ MSP, ਬਿਹਾਰ 'ਚ APMC ਹੈ ਨਹੀਂ, ਕਿਸੇ ਹੋਰ ਸਟੇਟ 'ਚ ਹੈ ਨਹੀਂ, ਤੇ ਉਹਨਾਂ ਨੂੰ ਮਿਲ ਕੇ ਤੁਸੀਂ ਇਹ ਕਿਉਂ ਸ਼ੋਅ ਕਰਨਾ ਚਾਹੁੰਦੇ ਵੀ ਤੁਹਾਡੀ ਸਾਨੂੰ ਪਰਵਾਹ ਨਹੀਂ ਜੀ, ਤੁਸੀਂ ਬੈਠੇ ਰਹੋ, ਅਸੀਂ ਨਹੀਂ ਕੁਝ ਕਰਨ ਲੱਗੇ। ਅਸੀਂ ਤਾਂ ਆ ਦੇਖੋ ਜੀ ਕਿਸਾਨਾਂ ਦੀ ਹਮਾਇਤ ਜੁਟਾ ਰਹੇ ਆ, ਖੇਤੀ ਜੇ ਜੁਟਾ ਵੀ ਰਹਿਣਗੇ ਹਮਾਇਤ ਤੇ ਉਹਦੇ ਨਾਲ ਕੋਈ ਫਰਕ ਥੋੜੀ ਪੈਣ ਲੱਗਾ। ਬਿਲਕੁਲ, ਇਹ ਤਾਂ ਆਪਣੀਆਂ ਮੰਗਾਂ ਜਿਹੜੀਆਂ ਦਰੁਸਤ ਆ, ਜਿਹਦੇ ਕਰਕੇ ਉਹ ਬੈਠੇ ਆ ਵੀ ਸਾਡਾ ਇਹ ਅਧਿਕਾਰ ਆ। ਪਹਿਲੇ ਛੇੜਿਆ ਤਾਂ ਤੁਸੀਂ ਹੀ ਆ ਨਾ ਜੀ, ਕਿਸਾਨਾਂ ਨੇ ਤਾਂ ਨਹੀਂ ਮੰਗਣ ਗਏ ਸੀ ਤੁਹਾਨੂੰ ਵੀ ਆ ਵੀ ਸਾਡੇ ਲਈ ਆਹ ਕਾਨੂੰਨ ਬਣਾ ਦਿਓ। ਛੇੜਿਆ ਤੁਸੀਂ ਆ, ਕੰਮ ਤੁਸੀਂ ਚੁੱਕਿਆ, ਕਾਨੂੰਨ ਤੁਸੀਂ ਚੁੱਪ ਤੇ ਕਰੋਨਾ ਕਾਲ 'ਚ ਬਣਾਤਾ। ਤੇ ਜੇ ਹੁਣ ਉਹਨਾਂ ਨੂੰ ਗਲਤ ਲੱਗਾ ਵੀ ਸਾਡੇ ਇਹ ਡਾਕਾ ਮਾਰ ਲੱਗੇ ਆ, ਹੁਣ ਤੁਸੀਂ ਉਹ ਵਾਰ-ਵਾਰ ਸਫਾਈਆਂ ਦਿੰਦੇ ਆ, ਨਹੀਂ ਜੀ ਤੁਹਾਡੀ ਜ਼ਮੀਨ ਤੁਹਾਡੇ ਕੋਲ ਰਹੂਗੀ। ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਗੱਲ ਉੱਥੇ ਕਹੀ ਸੀ ਸੰਬੋਧਨ 'ਚ ਕੱਛ ਦੇ ਵਿੱਚ, ਕਹਿੰਦੇ ਜਦੋਂ ਕੋਈ ਡੇਅਰੀ ਕੰਮ ਕਰਦਾ, ਡੇਅਰੀ ਦੇ ਧੰਦੇ ਦਾ ਜੀ, ਦੁੱਧ ਵੇਚਦੇ ਆ ਤੇ ਕਹਿੰਦੇ ਜਿਹੜਾ ਡੇਅਰੀ ਵਾਲਾ ਆ ਉਹ ਦੁੱਧ ਹੀ ਲੈਂਦਾ ਨਾ, ਤੁਹਾਡੀ ਪਸ਼ੂ ਤਾਂ ਨਹੀਂ ਲੈ ਲੈਂਦਾ ਜੀ। ਤਾਂ ਫਿਰ ਉਹਦੇ ਵਿੱਚ ਮੈਂ ਕਲੀਅਰ ਕਰ ਦਵਾਂ ਵੀ ਡੇਅਰੀ ਵਾਲੇ ਨਾਲ ਲੀਜ਼ ਤੇ ਪਸ਼ੂ ਤਾਂ ਨਹੀਂ ਲਿਖੇ ਹੁੰਦੇ ਜੀ, ਉਹਦਾ ਦੁੱਧ ਚੋ ਕੇ ਦੇ ਕੇ ਆਉਣਾ, ਕੰਮ ਤਾਂ ਸਾਰਾ ਬੰਦੇ ਉਹਨੇ ਕਰਨਾ ਹੁੰਦਾ। ਜਦੋਂ ਜ਼ਮੀਨਾਂ ਦੀ ਗੱਲ ਆਉਂਦੀ ਤਾਂ ਲੀਜ਼ ਲਿਖੀ ਜਾਣੀ ਆ, ਕੰਟਰੈਕਟ ਲਿਖਿਆ ਜਾਣਾ।
ਆਪਾਂ ਥੋੜਾ ਜਿਹਾ ਪਿੱਛੇ ਚੱਲਦੇ ਆ, ਜਦੋਂ ਕੋਈ ਡਿਜੀਟਲਾਈਜੇਸ਼ਨ ਨਹੀਂ ਸੀਗਾ, ਉਦੋਂ ਆਪਾਂ ਦੇਖਦੇ ਸੀ ਵੀ ਜਦੋਂ ਕੋਈ ਬੰਦਾ ਕਿਸੇ ਦੀ ਜ਼ਮੀਨ 5 7 10 ਸਾਲ ਲਗਾਤਾਰ ਵਾਹੁੰਦਾ ਤਾਂ ਫਿਰ ਉਹ ਕਿਤੇ ਨਾ ਕਿਤੇ ਗਿਰਦਾਵਰੀ ਜਿਹੜੀ ਉਹ ਆਪਣੇ ਨਾਂ ਉਹਦੀ ਹੋਣ ਲੱਗ ਪੈਂਦੀ ਆ। ਤੇ ਉਹਦੇ ਵਿੱਚ ਜਿਹਦੀ ਜ਼ਮੀਨ ਬਾਹਰ NRI ਬੈਠਾ ਆ ਜਾਂ ਕੋਈ ਇੱਥੇ ਆ, ਉਹ ਫਿਰ ਉਹਨੂੰ ਰੋਟੇਟ ਕਰਨ ਦੀ ਕੋਸ਼ਿਸ਼ ਕਰਦਾ ਜੀ ਵੀ ਐਤਕੀ ਇਸ ਬੰਦੇ ਨੂੰ ਦਿੱਤੀ ਹੈ ਜ਼ਮੀਨ ਵਾਹੁਣ ਲਈ ਤਾਂ ਮੈਂ ਅਗਲੇ ਸਾਲ ਕਿਸੇ ਹੋਰ ਨੂੰ ਦੇਵਾਂ। ਉਹਨੂੰ ਕਈ ਸਲਾਹਾਂ ਦੇਣ ਵਾਲੇ ਹੋ ਜਾਂਦੇ ਵੀ ਲਗਾਤਾਰ ਇੱਕ ਬੰਦੇ ਕੋਲ ਨਹੀਂ ਜ਼ਮੀਨ ਦੇਈਦੀ, ਜੇ ਗਿਰਦਾਵਰੀ ਨਾ ਹੋਣ ਲੱਗ ਪਈ ਤੇ ਕਿਤੇ ਨਾ ਕਿਤੇ ਇਹਦਾ ਨਾਂ ਦਰਜ ਹੋ ਜਾਣਾ ਵਿੱਚ। ਜਿਹੜੇ ਬੰਦੇ ਖੇਤੀ ਕਰਦੇ ਆ ਉਹ ਇਸ ਗੱਲ ਨੂੰ ਸਮਝ ਸਕਦੇ ਆ ਕਿ ਪ੍ਰਧਾਨ ਮੰਤਰੀ ਜਿਹੜੀ ਦਲੀਲ ਆ ਉਹ ਕਿੰਨੀ ਮੈਂ ਉਹਨਾਂ ਨੇ ਬੜੀ ਕਮਾਲ ਦੀ ਗੱਲ ਕੀਤੀ ਸੀ, ਕਹਿੰਦੇ ਦੁੱਧ ਤੁਸੀਂ ਵੇਚਦੇ ਆ, ਪਸ਼ੂ ਥੋੜੀ ਦੇ ਦਿੰਦੇ ਉਹਨਾਂ ਨੂੰ, ਪਸ਼ੂ ਥੋੜੀ ਡੇਅਰੀ ਵਾਲੇ ਲੈ ਲੈਂਦੇ ਆ। ਇੱਥੇ ਤਾਂ ਜ਼ਮੀਨ ਦਾ ਸੌਦਾ ਤੁਸੀਂ ਕਰਨਾ ਹੀ ਉਹ ਠੇਕੇ ਨਾਲ ਆ, ਲਿਖਤੀ ਹੋਣਾ ਸਾਰਾ ਕੁਝ। ਫਿਰ ਹੁਣ ਸਫਾਈਆਂ ਕਿਉਂ ਦਿੰਨੇ ਵੀ ਨਹੀਂ ਜੀ ਜ਼ਮੀਨ ਤੁਹਾਡੇ ਕੋਲ ਹੀ ਰਹੂਗੀ, ਸਿਰਫ ਫਸਲ ਵੇਚੂਗਾ ਉਹ ਜੀ। ਤੇ ਗੱਲ ਵੀ ਠੀਕ ਹੈ, ਫਸਲ ਵੇਚੂਗਾ। ਮੈਂ ਗਡਕਰੀ ਸਾਹਿਬ ਨੂੰ ਸੁਣਦਾ ਸੀਗਾ, ਕਹਿੰਦੇ ਇਹ ਜਦੋਂ ਆਪਾਂ ਕਿਸੇ ਦੀ ਜ਼ਮੀਨ ਵਾਹੁੰਦੇ ਆ, ਬੰਜਰ ਜ਼ਮੀਨ ਅਗਲਾ ਠੀਕ ਕਰਕੇ ਦੇ ਦੂਗਾ, ਤੁਹਾਨੂੰ ਉਹਦੀ ਆਮਦਨ ਆਉਣੀ ਸ਼ੁਰੂ ਹੋ ਜਾਊਗੀ। ਠੀਕ ਹੈ ਗਡਕਰੀ ਸਾਹਿਬ, ਇਹ ਠੇਕੇ ਭੌਲੀ ਦਾ ਕੰਮ ਸ਼ੁਰੂਆਤ ਤੋਂ ਹੀ ਚੱਲਦਾ ਆ ਰਿਹਾ, ਸਦੀਆਂ ਤੋਂ ਚੱਲਦਾ ਆ ਰਿਹਾ, ਨਵਾਂ ਥੋੜ੍ਹੀ ਆ। ਪਰ ਜਦੋਂ ਤੁਸੀਂ ਉਹ ਕਾਰਪੋਰੇਟ ਘਰਾਣਿਆਂ ਨੂੰ ਕਹਿ ਦੋਗੇ ਵੀ ਆਪਣੀ ਮਰਜ਼ੀ ਨਾਲ ਮੈਂ ਫਸਲ ਬੀਜਣੀ ਆ, ਤੂੰ ਇਹ ਫਸਲ ਨਹੀਂ ਬੀਜ ਸਕਦਾ। ਨਹੀਂ, ਪੰਜਾਬ 'ਚ ਤੇ ਬੰਜਰ ਜ਼ਮੀਨਾਂ ਹੈ ਹੀ ਨਹੀਂ। ਕਿਤੇ ਵੀ ਮੰਨ ਲਓ ਜੇ ਨਾ ਵੀ ਹੈ, ਜੇ ਉਹਨਾਂ ਨੂੰ ਲੱਗਦਾ ਕਿਤੇ ਬੰਜਰ ਜ਼ਮੀਨ ਹੈਗੀ ਆ ਤੇ ਉਹ ਬੰਜਰ ਜ਼ਮੀਨ ਨੂੰ ਉਪਜਾਊ ਕਰਨੀ ਆ, ਤੇ ਉਹ ਵਿਦਰਭਾ ਦੇ ਨਾਲ ਪੰਜਾਬ ਦੀ ਤੁਲਨਾ ਨਹੀਂ ਨਾ ਕਰ ਸਕਦੇ। ਬਿਲਕੁਲ ਵਿਦਰਭਾ ਦਾ ਸਿਸਟਮ ਹੋ ਰਿਹਾ, ਇੱਥੇ ਤਾਂ ਬਹੁਤ ਉਪਜਾਊ ਜ਼ਮੀਨਾਂ ਆ, ਸਬਮਰਸੀਬਲ ਪੰਪ ਲੱਗੇ, ਉਹ ਮੋਟਰਾਂ ਬਹੁਤ ਬੇਤਹਾਸ਼ਾ ਲੱਗੀਆਂ, ਕਿਤੇ ਵੀ ਇਹ ਗੱਲ ਨਹੀਂ ਹੈਗੀ ਵੀ ਬਿਨਾਂ ਪਾਣੀ ਤੋਂ ਕੋਈ ਜ਼ਮੀਨ ਰਹਿੰਦੀ ਹੋਊਗੀ, ਤੇ ਉਹਦੀ ਤੁਲਨਾ ਵਿਦਰਭਾ ਨਾਲ ਕਰਦੇ ਸੀ। ਸੋ ਇਹ ਗੱਲਾਂ ਜਿਹੜੀਆਂ ਆ ਸਾਰਾ ਕਿਸਾਨੀ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਲਿਆ ਜਾ ਸਕਦਾ ਹੈ। ਗੱਲ ਅਸੀਂ ਉਧਰ ਦੇਖ ਰਹੇ ਸੀ ਕਿ ਸਰਕਾਰ ਸਾਰੇ ਪਾਸਿਓਂ ਹਮਲੇ ਕਰਦੀ ਹੈ ਜੀ, ਬਿਲਕੁਲ। ਕਿਸਾਨਾਂ ਦੀ ਗੱਲ ਨਹੀਂ ਸੁਣਦੀ, ਬਾਕੀ ਸਾਰੀਆਂ ਗੱਲਾਂ ਠੀਕ ਹੈ, ਆਪਣੀ ਗੱਲ ਦੱਸਦੀ ਹੈ। ਬਿਲਕੁਲ ਜੀ ਸ਼ੇਰਗਿੱਲ ਸਾਹਿਬ, ਗੱਲ ਅਸੀਂ ਉੱਥੇ ਲੈ ਕੇ ਆਈਏ ਕਿ ਇਸ ਅੰਦੋਲਨ ਦੀ ਅਸੀਂ ਬਹੁਤ ਲੰਬੇ ਸਮੇਂ ਤੋਂ, ਜਿਸ ਦਿਨ ਤੋਂ ਸ਼ੁਰੂ ਹੋਇਆ ਪਹਿਲੇ ਦਿਨ ਤੋਂ ਅਸੀਂ ਸਿਫਤ ਕਰਦੇ ਹਾਂ ਕਿ ਸ਼ਾਂਤੀ ਨਾਲ ਚੱਲ ਰਿਹਾ, ਲੋਕਾਂ ਦੀ ਸਮੱਸਿਆ ਦਾ ਕਾਰਨ ਨਹੀਂ ਬਣ ਰਿਹਾ। ਇਸੇ ਕਰਕੇ ਜਿਹੜਾ ਲੋਕਾਂ ਦਾ ਜਿਹੜਾ ਰੋਹ ਆ, ਲੋਕਾਂ ਦਾ ਜਿਹੜਾ ਜੜਾਵ ਆ ਉਸ ਅੰਦੋਲਨ ਦੇ ਨਾਲ ਆ, ਚਾਹੇ ਉਹ ਕਿਸੇ ਵੀ ਕੌਮ ਦੇ, ਕਿਸੇ ਵੀ ਖਿੱਤੇ ਦੇ, ਕਿਸੇ ਵੀ ਕੰਮ ਕਰਨ ਵਾਲੇ ਲੋਕ ਨੇ, ਕਿਸੇ ਵੀ ਖਿੱਤੇ ਜਾਂ ਕਿਸੇ ਵੀ ਕਿੱਤੇ ਦੇ ਲੋਕ ਵੀ ਸਾਰੇ ਇਹਦੇ ਨਾਲ ਜੁੜੇ ਹੋਏ ਸੀ। ਜੀ ਬਿਲਕੁਲ। ਕੱਲ ਇੱਕ ਮਾੜੀ ਘਟਨਾ ਵਾਪਰੀ, ਹਾਲਾਂਕਿ ਪਹਿਲਾਂ ਵੀ ਵਿੱਚ ਕੁਝ ਹੋਇਆ, ਕੁਝ ਬਜ਼ੁਰਗਾਂ ਦੀ ਮੌਤ ਹੋਈ, ਕੁਝ ਐਕਸੀਡੈਂਟ ਵੀ ਹੋਏ, ਪਰ ਕੱਲ ਇੱਕ ਬਹੁਤ ਹੀ ਦੁਖਦਾਈ ਘਟਨਾ ਇਸੇ ਅੰਦੋਲਨ ਵਿੱਚ ਘਟੀ ਆ, ਉਹਦੀ ਆਪਾਂ ਗੱਲ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਥੋੜੀ ਦੇਰ ਬਾਅਦ ਹਾਜ਼ਰ ਹੋਣੇ ਆ ਜੀ ਇਸੇ ਪ੍ਰੋਗਰਾਮ ਵਿੱਚ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਦਾ ਪ੍ਰੋਗਰਾਮ ਵਿਚਾਰ ਚਰਚਾ, ਤੇ ਗੱਲ ਹੋ ਰਹੀ ਸੀ ਕਿਸਾਨ ਅੰਦੋਲਨ ਦੀ। ਤੇ ਸ਼ੇਰਗਿੱਲ ਸਾਹਿਬ, ਉਸੇ ਅੰਦੋਲਨ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਹਮੇਸ਼ਾ ਪੰਜਾਬੀ ਜਿਹੜੇ ਆ ਚੜ੍ਹਦੀ ਕਲਾ 'ਚ ਰਹੇ ਆ, ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ, ਤੇ ਇਸ ਅੰਦੋਲਨ ਦੇ ਵਿੱਚ ਵੀ ਅਸੀਂ ਉਸੇ ਭਾਵਨਾ ਦਾ, ਉਸੇ ਆਪਣੀ ਜ਼ਿੰਦਾਦਿਲੀ ਦਾ ਸਬੂਤ ਦਿੱਤਾ। ਠੰਡ ਵੀ ਬਹੁਤ ਸੀ, ਬਹੁਤ ਸਮੱਸਿਆਵਾਂ ਝੱਲ ਰਹੇ ਆ, ਲੰਗਰ ਪਾਣੀ ਦਾ ਪ੍ਰਬੰਧ ਵੀ ਹੋ ਰਿਹਾ, ਰਹਿਣ ਦਾ ਪ੍ਰਬੰਧ ਵੀ ਹੋ ਰਿਹਾ, ਬਾਰਿਸ਼ ਦੇ ਦੌਰਾਨ ਵੀ ਅਸੀਂ ਦੇਖਿਆ ਐਕਸੀਡੈਂਟ ਵੀ ਹੋਏ ਆ, ਹੋਰ ਕੁਝ ਘਟਨਾਵਾਂ ਵੀ ਹੋਈਆਂ। ਪਰ ਕੱਲ ਇੱਕ ਬਹੁਤ ਹੀ ਮਾੜੀ ਘਟਨਾ ਜਿਹੜੀ ਆ ਵਾਪਰੀ ਆ। ਹਾਲਾਂਕਿ ਮਨੁੱਖੀ ਮਨ ਆ ਉਹ ਕਿਸੇ ਵੇਲੇ ਇਹੋ ਜਿਹਾ ਸੋਚ ਸਕਦਾ, ਤੇ ਉਹ ਸਾਰੀ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਜੋਸ਼, ਜਜ਼ਬਾ ਤੇ ਜਨੂਨ ਦਾ ਦੂਜਾ ਨਾਂ ਆ ਸਿੰਘੂ ਬਾਰਡਰ ਤੇ ਬੈਠੇ ਕਿਸਾਨ ਜੀ। ਜਿਸ ਤਰੀਕੇ ਨਾਲ ਉੱਥੇ ਜੋਸ਼ ਔਰ ਜਜ਼ਬਾ ਆ ਨਾ ਫੈਲ ਰਿਹਾ, ਉਹਦੇ ਵਿੱਚ ਹਮੇਸ਼ਾ ਹੀ ਆਪਾਂ ਇਹ ਕਹਾਂਗੇ ਵੀ ਉੱਥੇ ਸਾਡੇ ਜਿਹੜੇ ਜਿੰਨੇ ਵੀ ਕਿਸਾਨ ਆ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਜੀ। ਪਰ ਕੁਝ ਗੱਲਾਂ ਜਿਹੜੀਆਂ ਉੱਥੇ ਜੇ ਆਪਾਂ ਜ਼ਿਆਦਾ ਦਿਨ ਵਿਚਰਦੇ ਆ ਜਾਂ ਰਹਿੰਦੇ ਆ ਜਾਂ ਦੇਖਦੇ ਆ, ਚਾਖਦੇ ਆ, ਜੋ ਵੀ ਸਾਨੂੰ ਦਿਖਾਈ ਦਿੰਦਾ ਨਾ, ਉਹ ਮਨ ਨੂੰ ਝੰਜੋੜਦੀਆਂ ਜ਼ਰੂਰ ਆ ਇੱਕ ਵਾਰੀ ਜੀ। ਚਾਹੇ ਕੋਈ ਵੱਡੀ ਸ਼ਖਸੀਅਤ ਲੈ ਲਓ, ਚਾਹੇ ਸੰਤ ਮਹਾਂਪੁਰਸ਼ ਲੈ ਲਓ, ਚਾਹੇ ਆਮ ਬੰਦਾ ਆ, ਉਹ ਪਸੀਜਿਆ ਜਾਂਦਾ ਆ ਇੱਕ ਵਾਰ ਦੇਖ ਕੇ ਵੀ ਆਹ ਵੀ ਹਾਲਾਤ ਕਦੇ ਕਿਸਾਨਾਂ ਤੇ ਬਣਨੇ ਸੀ। ਜਿਸ ਕਿਸਾਨ ਨੇ ਪੂਰੇ ਦੇਸ਼ ਦਾ, ਪੂਰੀ ਦੁਨੀਆ ਦਾ ਢਿੱਡ ਭਰਿਆ, ਉਹ ਕਿਸਾਨ, ਉਹ ਜਿਹੜਾ ਅੰਨਦਾਤਾ ਭੁੱਖੇ ਰਹਿਣ ਲਈ ਮਜਬੂਰ ਆ ਉੱਥੇ। ਬਿਲਕੁਲ। ਆਪਾਂ ਦੇਖੀਏ ਵੀ ਆਪਾਂ ਇੱਥੇ ਇਸ ਵੇਲੇ ਰਜਾਈ ਦਾ ਇੱਕ ਖੁੰਝਾ ਵੀ ਰਹਿ ਜਾਵੇ ਨਾ ਕਿਸੇ ਪਾਸਿਓਂ, ਤੇ ਆਪਾਂ ਨੂੰ ਲੱਗਦੀ ਯਾਰ ਹਵਾ ਆਉਂਦੀ, ਇੱਥੋਂ ਠੰਡ ਲੱਗਦੀ ਆ, ਉਹਨੂੰ ਘੁੱਟਣ ਦੀ ਕੋਸ਼ਿਸ਼ ਕਰਦੇ ਆ। ਉਹ ਉੱਥੇ ਤਾਂ ਕਿਸੇ ਪਾਸਾ ਸਾਰਾ ਹੀ ਖੁੱਲ੍ਹਾ ਆ, ਕਿੱਧਰ ਕਿੱਧਰ ਘੁੱਟੂਗੇ। ਹੁਣ ਤਾਂ ਚਲੋ ਉੱਥੇ ਬਹੁਤ ਪ੍ਰਬੰਧ ਹੋਣ ਲੱਗ ਪਏ ਆ, ਟੈਂਟ ਸਿਟੀ ਬਣ ਗਿਆ ਆ, ਪਰ ਫਿਰ ਵੀ ਜਿਹੜਾ ਨਜ਼ਾਰਾ, ਜਿਹੜਾ ਲਿਗ ਜਿਹੜਾ ਘਰਾਂ ਦੇ ਵਿੱਚ ਆਉਂਦਾ, ਉਹ ਆਪਾਂ ਨਹੀਂ ਕਹਿ ਸਕਦੇ ਵੀ ਉੱਥੇ ਉਹਨਾਂ ਨੂੰ ਮਿਲਦਾ ਹੋਊਗਾ। ਉਹਨਾਂ ਦਾ ਜਿਹੜਾ ਜੋਸ਼, ਜਜ਼ਬਾ ਉੱਥੇ ਗਿਆ ਤੇ ਦੇਖ ਕੇ ਹੀ ਬਣਦਾ ਆ ਜੀ। ਉਹ ਇਹ ਜਿਹੜੀ ਘਟਨਾ ਤੁਸੀਂ ਗੱਲ ਕਰ ਰਹੇ ਆ, ਬੇਹੱਦ ਦੁਖਦਾਈ ਆ, ਮੰਦਭਾਗੀ ਘਟਨਾ ਆ। ਕਰਨਾਲ ਵਾਲੇ ਸਿੰਘੜੇ ਡੇਰੇ ਦੇ ਪ੍ਰਮੁੱਖ ਸੀਗੇ ਸੰਤ ਬਾਬਾ ਰਾਮ ਸਿੰਘ ਜੀ। ਕਾਫੀ ਦਿਨਾਂ ਤੋਂ ਉੱਥੇ ਉਹ ਲੰਗਰ ਦੀ ਸੇਵਾ ਮਾਇਆ ਦੇ ਤੌਰ ਤੇ ਔਰ ਨਿੱਜੀ ਤੌਰ ਤੇ ਵੀ ਉੱਥੇ ਹੀ ਵਿਚਰਦੇ ਰਹੇ ਆ ਕਈਆਂ ਦਿਨਾਂ ਤੋਂ। ਤੇ ਉਹਨਾਂ ਦੇ ਮਨ ਨੂੰ ਇਹਨਾਂ ਦੀ ਜਿਹੜੀ ਤਰਾਸਦੀ ਆ, ਕਿਸਾਨਾਂ ਦੀ ਜਿਹੜੀ ਦੁਖਦਾਈ ਗੱਲਾਂ ਆ, ਦੁਖਦਾਈ ਪਹਿਲੂ ਆ, ਉਹ ਕਦੇ ਝੰਜੋੜ ਗਈਆਂ ਅੰਦਰ। ਉਹਨਾਂ ਨੇ ਆਪਣੇ ਜਿਹੜਾ ਖੁਦਕੁਸ਼ੀ ਨੋਟ ਦੇ ਵਿੱਚ ਵੀ ਲਿਖਿਆ ਬਈ ਠੀਕ ਆ, ਜੋ ਕੁਛ ਦਰਦ ਦੁੱਖ ਪਹਿਲਾਂ ਹੁੰਦੇ ਸੀ ਕਿਸਾਨਾਂ ਨੂੰ,
ਉਹ ਅੱਖਾਂ ਉਹਲੇ ਜ਼ਿਆਦਾ ਸੀ ਤੇ ਮੀਡੀਆ ਰਾਹੀਂ ਜਾਂ ਹੋਰ ਤਰੀਕਿਆਂ ਰਾਹੀਂ ਸਾਨੂੰ ਪਤਾ ਲੱਗਦਾ ਸੀ ਜੀ। ਪਰ ਮੈਂ ਜਦੋਂ ਅੱਖੀਂ ਆ ਕੇ ਦੇਖਿਆ ਤਾਂ ਮੇਰਾ ਜਿਹੜਾ ਉਹ ਮਨ ਬਹੁਤ ਦੁਖੀ ਹੋਇਆ ਜੀ। ਸਰਕਾਰ ਦਾ ਜਿਹੜਾ ਜ਼ੁਲਮ ਆ ਉਹ ਕਿਸਾਨਾਂ ਦੇ ਉੱਤੇ ਹੁੰਦਾ ਦੇਖ ਕੇ ਮੇਰੇ ਤੋਂ ਜਰਿਆ ਨਹੀਂ ਗਿਆ, ਮੈਂ ਬਰਦਾਸ਼ਤ ਤੋਂ ਬਾਹਰ ਹੋ ਗਿਆ। ਖੈਰ ਉਹਨਾਂ ਨੇ ਇਹ ਬਹੁਤ ਹੀ ਐਕਸਟ੍ਰੀਮ ਕਦਮ ਹੁੰਦਾ ਇਹ ਜਿਹੜਾ ਚੁੱਕਿਆ, ਬਿਲਕੁਲ ਬਹੁਤ ਐਕਸਟ੍ਰੀਮ ਕਦਮ ਆ, ਪਰ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਪਰ ਇਹ ਜਿਹੜਾ ਕੁਝ ਵੀ ਹੈ ਇਹਦੇ ਲਈ ਜ਼ਿੰਮੇਵਾਰ ਆਪਾਂ ਸਰਕਾਰ ਨੂੰ ਜ਼ਰੂਰ ਠਹਿਰਾਇਆ ਜਾਣਾ ਚਾਹੀਦਾ ਹੈ, ਬਿਲਕੁਲ, ਕਿਉਂਕਿ ਜਿਹੜਾ ਸੰਘਰਸ਼ ਦਾ ਸਟਾਰਟਿੰਗ ਪੁਆਇੰਟ ਸੀਗਾ ਉੱਥੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਬਹੁਤ ਸ਼ਾਂਤਮਈ ਰਿਹਾ। ਤੇ ਸਰਕਾਰ ਕੀ ਚਾਹੁੰਦੀ ਸੀਗੀ ਕਿ ਇਹਦੇ ਵਿੱਚ ਦੰਗੇ ਫਸਾਦ ਹੁੰਦੇ ਤਾਂ ਹੀ ਕੋਈ ਕੰਮ ਕਰਦੀ ਜੀ। ਤੇ ਜੇ ਹੁਣ ਸ਼ਾਂਤਮਈ ਰਿਹਾ ਤਾਂ ਉਹਦਾ ਸ਼ਾਂਤਮਈ ਹੱਲ ਕਰਕੇ ਉਹਨਾਂ ਨੂੰ ਘਰਾਂ ਨੂੰ ਵੀ ਤੋਰੋ ਨਾ ਜੀ। ਉਹ ਕਿਸੇ ਤੋਂ ਖੈਰਾਤ ਮੰਗਣ ਤਾਂ ਆਏ ਨਹੀਂ, ਜਾਂ ਤੁਹਾਡੇ ਕੋਲ ਕਹਿਣ ਲੱਗੇ ਵੀ ਅਸੀਂ ਤੁਹਾਡੇ ਤੋਂ ਕੋਈ ਕਰਾ ਬੈਠੇ ਹਾਂ, ਗਲਤ ਹੋ ਗਿਆ ਜੀ ਸਾਨੂੰ ਦੇ ਦਿਓ। ਹੁਣ ਤਾਂ ਉੱਥੇ ਕਿਸਾਨ ਇਹ ਵੀ ਕਹਿਣ ਲੱਗ ਪਏ ਵੀ 2014 'ਚ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਸੀਗੀ ਜੀ ਇਹਨਾਂ ਸਰਕਾਰ ਨੂੰ ਚੁਣ ਕੇ। ਦੇਖੋ ਕਿਸਾਨਾਂ ਦੀ ਜਿਹੜੀ ਜੇ ਆਪਾਂ ਵੋਟ ਬੈਂਕ ਦੇ ਹਿਸਾਬ ਨਾਲ ਦੇਖੀਏ ਤਾਂ ਸਰਕਾਰ ਜਿਹੜੀ ਆ ਐਵੇਂ ਨਹੀਂ। 14 ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜਿੰਨੀਆਂ ਵੀ ਪਾਰਟੀਆਂ ਸੀਗੀਆਂ ਪੰਜਾਬ ਦੇ ਵਿੱਚ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਘਰਾਂ 'ਚ ਤੁਰੀਆਂ ਫਿਰਦੀਆਂ ਸੀ ਜੀ, ਫਿਰਦੀਆਂ ਸੀਗੀਆਂ ਨਾ, ਚਾਹੇ ਉਹ ਕਾਂਗਰਸ ਲੈ ਲਓ, ਚਾਹੇ ਆਮ ਆਦਮੀ ਪਾਰਟੀ ਲੈ ਲਓ, ਚਾਹੇ ਅਕਾਲੀ ਦਲ, ਚਾਹੇ ਕੋਈ ਸੀ, ਉਹ ਇਹਨਾਂ ਦੇ ਘਰਾਂ ਵੱਲੋਂ ਵਹੀਰਾਂ ਘੱਤ ਲਈਆਂ ਸੀਗੀਆਂ ਜੀ। ਜਦ ਕਿ ਉਹ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀ ਕਰਦੇ ਸੀਗੇ, ਉਸ ਤੋਂ ਬਾਅਦ ਹੁਣ ਵੀ ਦੌਰ ਖੁਦਕੁਸ਼ੀਆਂ ਦਾ ਜਾਰੀ ਸੀਗਾ। ਬਾਅਦ 'ਚ ਬਾਤ ਕਿਸੇ ਨੇ ਪੁੱਛੀ, ਮੈਂ ਇੱਕ ਦੇਖ ਰਿਹਾ ਸੀਗਾ, ਸ਼ਾਇਦ ਚਲੋ ਨਾਂ ਲੈਣਾ ਠੀਕ ਵੀ ਆ ਕਿ ਨਹੀਂ, ਪਰ ਜਦੋਂ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਸੀ ਤੇ ਉਹਦੇ ਘਰ ਗਿਆ ਸੀ, ਉੱਥੇ ਜਾ ਕੇ ਉਹਦੇ ਹੇਠਾਂ ਬਹਿ ਕੇ ਜੋ ਹਾਲਾਤ ਘਰ ਦੇ ਦਿਸੇ ਉਹਨੂੰ ਬਹੁਤ ਮਾੜੇ ਸੀਗੇ। ਕਰਜ਼ਾਈ ਕਿਸਾਨ ਬੰਦੇ ਦੇ ਹਾਲਾਤ ਉੱਦਾਂ ਦੇ ਹੋਣਗੇ ਤਾਂ ਹੀ ਵਿਚਾਰਾ ਐਡਾ ਐਕਸਟ੍ਰੀਮ ਸਟੈਪ ਚੁੱਕਿਆ, ਪਰ ਇਹ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਜੀ। ਜੇ ਆਪਾਂ ਕਹੀਏ ਵੀ ਖੁਦਕੁਸ਼ੀ ਕੋਈ ਮਸਲਾ ਹੱਲ ਕਰ ਦਊਗੀ, ਇਹ ਮਸਲਾ ਦਾ ਹੱਲ ਕਿਸੇ ਕੀਮਤ ਤੇ ਵੀ ਨਹੀਂ ਹੋ ਸਕਦਾ। ਖੁਦਕੁਸ਼ੀ ਦਾ ਜਿਹੜਾ ਇਹ ਮਸਲਾ ਹੱਲ ਨਹੀਂ ਸੁਲਝਾ ਨਹੀਂ ਸਕਦੀ ਹੈ, ਪਰ ਇਹੋ ਜਿਹਾ ਬੰਦਾ ਜਦੋਂ ਮਨ ਨੂੰ ਝੰਜੋੜਿਆ ਜਾਂਦਾ ਫਿਰ ਤਾਂ ਉਹੀ ਜਾਣਦਾ ਜੀ ਜਾਂ ਉਹਦਾ ਰੱਬ ਦਾ ਜਾਣਦਾ ਜੀ। ਜੀ ਦੇਖੋ ਆਪਾਂ ਕਹਿੰਦੇ ਆ ਖੁਦਕੁਸ਼ੀ ਮਸਲੇ ਦਾ ਹੱਲ ਨਹੀਂ ਹੈਗਾ, ਪਰ ਬੰਦੇ ਦੀ ਸਹਿਣ ਸ਼ਕਤੀ ਦਾ ਵੀ ਤਾਂ ਕੋਈ ਹੱਲ ਹੈਗਾ ਨਾ। ਕਿੱਥੇ ਤੱਕ ਆਪਾਂ ਸਹਿ ਸਕਦੇ ਹਾਂ। ਉਹ ਸੰਤ ਮਹਾਂਪੁਰਸ਼ ਸੀ, ਵਿਚਾਰਕ ਸੀ, ਪ੍ਰਚਾਰਕ ਸੀ, ਪਰ ਉਹਨਾਂ ਨੂੰ ਲੱਗਿਆ ਕਿ ਜਿਹੜਾ ਦੁੱਖ ਆ ਉਹਨਾਂ ਦੀ ਸਹਿਣ ਤੋਂ ਬਾਹਰ ਹੋ ਗਿਆ ਜੀ, ਬਾਹਰ ਹੋ ਗਿਆ। ਬਿਲਕੁਲ ਜੀ। ਤੇ ਉਹ ਸਰਕਾਰ ਨੂੰ ਹੁਣ ਕਹਿ ਹੀ ਸਕਦੇ ਆ, ਕਰ ਤੇ ਸਕਦੇ ਨਹੀਂ। ਬਿਲਕੁਲ ਜੀ। ਹੁਣ ਸਰਕਾਰ ਵੀ ਇਹਨੂੰ ਇਸ ਤਰੀਕੇ ਨਾਲ ਲਵੇ ਵੀ ਇਹ ਬਹੁਤ ਮੰਦਭਾਗੀ ਘਟਨਾ ਹੈ, ਹਾਲਾਂਕਿ ਕਿਸੇ ਦਾ ਰਿਐਕਸ਼ਨ ਹਾਲੇ ਤੱਕ ਤਾਂ ਨਹੀਂ ਆਇਆ, ਸ਼ਾਇਦ ਆ ਜਾਵੇ ਸ਼ਾਮ ਤੱਕ, ਪਰ ਉਹਨਾਂ ਨੂੰ ਇਸ ਘਟਨਾ ਨੂੰ ਬੇਹੱਦ ਦੁਖਦਾਈ ਪਹਿਲੂ ਵਜੋਂ ਲੈਣਾ ਚਾਹੀਦਾ ਵੀ ਇਹ ਜੋ ਹੋਇਆ ਉਹ ਸਹੀ ਨਹੀਂ ਹੋਇਆ। ਸਾਨੂੰ ਇਹਦੇ ਬਾਰੇ ਜਲਦੀ ਤੋਂ ਜਲਦੀ ਸੋਚਣਾ ਚਾਹੀਦਾ। ਬਿਲਕੁਲ, ਖੁਦਕੁਸ਼ੀ ਬਿਲਕੁਲ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ। ਨਹੀਂ, ਮਸਲੇ ਦਾ ਹੱਲ ਹੀ ਹੈ ਨਹੀਂ। ਆਪਣਾ ਤਾਂ ਜਿਹੜੀ ਕੌਮ ਹੀ ਜੁਝਾਰੂ ਆ ਜੀ, ਆਪਣੀ ਜਿਹੜੀ ਪੰਜਾਬੀ ਕੌਮ ਆ ਉਹ ਹੈ ਹੀ ਜੁਝਾਰੂ ਆ, ਜੂਝ ਕੇ ਲੈਣ ਵਾਲੀ ਆ, ਆਪਣੇ ਅਧਿਕਾਰ ਤਾਂ ਲੈਣਾ ਪੂਰੀ ਤਰ੍ਹਾਂ ਜਾਣਦੀ ਆ, ਉਹ ਜੂਝ ਕੇ ਲੈਂਦੀ ਆ। ਤਾਂ ਇਹ ਮਸਲਾ ਦਾ ਹੱਲ ਨਹੀਂ ਹੋ ਸਕਦਾ ਕਦੀ ਵੀ ਖੁਦਕੁਸ਼ੀ ਜਿਹੜੀ ਆ। ਬਿਲਕੁਲ ਇਹਦੇ ਜੁਝਾਰੂਪਣ ਦੀ ਤੇ ਮਿਸਾਲ ਆ ਕਿ ਗਏ ਹੋਏ ਅਸੀਂ ਆਪਣੇ ਹੱਕ ਲੈਣੇ ਆ, ਫਿਰ ਵੀ ਉੱਥੇ ਲੋਕਾਂ ਨੂੰ ਲੰਗਰ ਛਕਾ ਰਹੇ ਹਾਂ। ਇਹ ਬਹੁਤ ਵੱਡੀ ਗੱਲ, ਕੱਲਾ ਲੰਗਰ ਹੀ ਨਹੀਂ, ਤੁਸੀਂ ਦੇਖਿਆ ਹੋਣਾ ਉਹਦੇ ਖੂਨਦਾਨ ਕੈਂਪ ਦੇ ਵਿੱਚ ਸਾਡੇ ਕਿਸਾਨ ਇਧਰੋਂ ਗਏ ਆ, ਉਹ ਖੂਨਦਾਨ ਐਡੀ ਵੱਡੀ ਗਿਣਤੀ 'ਚ ਕਰ ਰਹੇ ਵੀ ਕਿਸੇ ਉਹਦਾ ਹਿਸਾਬ ਹੀ ਹੈ ਨਹੀਂ ਕੋਈ ਜੀ। ਦੇਖੋ ਇੱਕ ਪਾਸੇ ਤਾਂ ਤੁਸੀਂ ਉਹਨਾਂ ਬੰਦਿਆਂ ਨੂੰ ਡਾਂਗਾ ਮਾਰਦੇ ਆ, ਉਹਨਾਂ ਬੰਦਿਆਂ ਦੇ ਉੱਤੇ ਜੋ ਨਾ ਸ਼ੋ ਤਸੱਦਦ ਹੋ ਰਿਹਾ, ਉਹੀ ਬੰਦੇ ਤੁਹਾਡੇ ਆਲੇ ਦੁਆਲੇ ਇਹੋ ਜਿਹੀ ਘਟਨਾ ਦੇ ਵਿੱਚ ਕਿਤੇ ਬੰਦੇ ਨੂੰ ਖੂਨ ਦੀ ਲੋੜ ਪੈ ਜੇ ਉਹਨਾਂ ਖੂਨ ਦੇਣ ਨੂੰ ਤਿਆਰ ਹੋਏ ਆ ਔਰ ਖੂਨਦਾਨ ਕਰ ਰਹੇ, ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਵੀ ਖੂਨ ਜਾਣਾ ਕਿੱਥੇ ਸਾਡਾ। ਬਿਲਕੁਲ, ਪਰ ਉਹ ਆਪਣੇ ਤੌਰ ਤੇ ਇੱਕ ਮਨੁੱਖਤਾ ਦੀ ਭਲਾਈ ਲਈ ਕੰਮ ਤਾਂ ਕਰ ਰਹੇ ਆ ਨਾ। ਇਹ ਇੱਕ ਜਜ਼ਬਾ ਬੰਦੇ ਨੂੰ, ਸਰਕਾਰ ਨੂੰ ਵੈਸੇ ਸੋਚਣਾ ਚਾਹੀਦਾ ਬਈ ਇਹ ਕਿਹੋ ਜਿਹੇ ਬੰਦੇ ਹੋਣਗੇ ਯਾਰ। ਇੱਕ ਪਾਸੇ ਅਸੀਂ ਤਾਂ ਇਹਨਾਂ ਨੂੰ ਕੁੱਟ ਮਾਰਦੇ ਆ, ਇਹਨਾਂ ਦਾ ਆਪ ਦਾ ਲਹੂ ਅਸੀਂ ਕੱਢ ਰਹੇ ਆ ਕੁੱਟ ਕੱਟ ਕੇ, ਤੇ ਇਹ ਸਾਨੂੰ ਹੀ ਲਹੂ ਦੇਣ ਦੇ ਆ, ਇਹ ਹੋਰ ਲਹੂ ਦੇ ਰਹੇ ਆ। ਕਿੱਡੀ ਵੱਡੀ ਗੱਲ ਆ, ਇਹ ਬਹੁਤ ਵੱਡਾ ਮਾਇਨਾ ਰੱਖਦੀ ਆ। ਇਹ ਜਿਹੜਾ ਆ ਨਾ ਪੰਜਾਬੀਆਂ ਦਾ, ਸਿੱਖਾਂ ਦਾ ਇਹ ਜਜ਼ਬਾ ਜਿਹੜਾ ਆ, ਇਹਨੂੰ ਕਦੇ ਵੀ ਕੋਈ ਨਾਪ ਨਹੀਂ ਸਕਦਾ ਜ਼ਿੰਦਗੀ 'ਚ, ਦੁਨੀਆ ਭਰ 'ਚ ਨਹੀਂ ਨਾਪ ਸਕਦਾ ਜੀ। ਬਿਲਕੁਲ, ਵਾਕਈ ਇਹ ਬਹੁਤ ਵੱਡੀ ਗੱਲ ਆ ਕਿ ਅਸੀਂ ਗਏ ਤਾਂ ਕਿਸੇ ਅੰਦੋਲਨ ਤੇ ਆ ਤੇ ਉੱਥੇ ਵੀ ਅਸੀਂ ਖੂਨਦਾਨ ਕਰ ਰਹੇ ਹਾਂ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਸ਼ੇਰਗਿੱਲ ਸਾਹਿਬ ਅਤੇ ਪੰਜਾਬ ਦੇ ਜਿਹੜੇ ਸਿਆਸੀ ਲੋਕ ਆ ਉਹ ਕੀ ਕਰ ਰਹੇ ਆ? ਆਪਾਂ ਵਾਪਸ ਆਈਏ ਪੰਜਾਬ 'ਚ, ਬੜੇ ਦਿਨ ਹੋ ਗਏ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਹੀ ਨਹੀਂ ਕੀਤੀ ਜੀ। ਬਿਲਕੁਲ, ਇੱਕ ਗਾਣਾ ਹੁੰਦਾ ਸੀ, ਮੈਨੂੰ ਉਹਦੇ ਬੋਲ ਤੇ ਭੁੱਲ ਗਿਆ, ਉਹ ਹੁੰਦਾ ਸੀ ਵੀ ਜਦੋਂ ਤੁਸੀਂ ਦੋਸਤ ਸੀਗੇ ਤੇ ਜਦੋਂ ਤੁਸੀਂ ਭਾਈਵਾਲ ਸੀ ਉਦੋਂ ਤੇ ਬਹੁਤ ਚੰਗੇ ਲੱਗਦੇ ਸੀ, ਤੇ ਹੁਣ ਅਸੀਂ ਇੱਕ ਦੂਜੇ ਨੂੰ ਬੜੇ ਚੁੱਭਦੇ ਆ। ਕੱਲ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਭਾਜਪਾ ਜਿਹੜੀ ਆ ਉਹ ਟੁਕੜੇ ਟੁਕੜੇ ਗੈਂਗ ਆ। ਜੀ ਬਿਲਕੁਲ। ਇਹ ਇਹਨਾਂ ਨੂੰ ਕਦੋਂ ਕੁ ਸਮਝ ਲੱਗੀ ਜੀ ਇਸ ਗੱਲ ਦੀ? ਦੇਖੋ ਜੀ, ਇਹ ਜਿਹੜੇ ਸ਼ਬਦ ਔਰ ਜਿਹੜੇ ਨਾਂ ਰੱਖੇ ਹੋ ਨਾ, ਇਹ ਸਾਡੇ ਗੋਦੀ ਮੀਡੀਆ ਦੇ ਰੱਖੇ ਹੋ ਆ। ਬਿਲਕੁਲ ਜੀ। ਕੋਈ ਨਕਸਲਵਾੜੀ ਗੈਂਗ, ਕੋਈ ਅੱਤਵਾਦੀ ਗੈਂਗ, ਕੋਈ ਟੁਕੜੇ ਟੁਕੜੇ ਗੈਂਗ ਜੀ, ਉਹ ਇੰਨਾ ਕੁ ਮਕਬੂਲ ਕਰ ਗਏ CAA ਤੇ NPR ਦੇ ਅੰਦੋਲਨਾਂ ਦੇ ਵਿੱਚ ਜੀ, ਉਹ ਮੀਡੀਆ ਨੇ ਹੀ ਕੱਲੇ ਕੱਲੇ ਆਵਾਂ ਦੇ ਨਾਂ ਰੱਖ ਦਿੱਤਾ। ਜੇ ਕੋਈ ਅਵਾਰਡ ਮੋੜਦਾ ਤੇ ਅਵਾਰਡ ਮੋੜਨ ਵਾਲਾ ਗੈਂਗ, ਜੇ ਕੋਈ ਪੁਰਸਕਾਰ ਮੋੜਦਾ ਇਹ ਪੁਰਸਕਾਰ ਮੋੜਨ ਵਾਲਾ ਗੈਂਗ, ਫਿਰ ਕੋਈ ਆਉਂਦਾ ਵੀ ਇਹ ਦੇਸ਼ ਧਰੋਈ ਵਾਲਾ ਕੰਮ ਕਰਦਾ ਫਿਰ ਟੁਕੜੇ ਟੁਕੜੇ ਗੈਂਗ ਜੀ। ਉਹ ਇਹਨਾਂ ਦੇ ਰੱਖੇ ਰਖਾਏ ਨਾਂ ਜਿਹੜੇ ਆ ਉਹ ਲੱਗਦਾ ਹੁਣ ਇਹਨਾਂ ਤੇ ਹੀ ਡਿੱਗਣ ਲੱਗ ਪਏ ਆ ਜੀ। ਤੇ
ਸੁਖਬੀਰ ਸਿੰਘ ਬਾਦਲ ਹੋਣਾ ਦਾ ਤੁਸੀਂ ਜ਼ਿਕਰ ਕੀਤਾ, ਉਹ ਭਾਈਵਾਲ ਹੁੰਦੇ ਸੀ ਪਹਿਲਾਂ ਤਾਂ ਇਹਨਾਂ ਨੂੰ ਵੀ ਲੱਗਦੇ ਸੀ ਪੂਰਾ ਗੈਂਗ ਨਹੀਂ, ਉਹ ਬਹੁਤ ਅੱਛੀ ਪਾਰਟੀ ਆ ਜੀ। ਪਰ ਹੁਣ ਉਹਨਾਂ ਨੂੰ ਹੌਲੀ ਹੌਲੀ ਸਮਝ ਆਉਣ ਲੱਗ ਪਈ ਆ, ਜਿਹੜਾ ਕਿ ਉਹਨਾਂ ਨੇ ਇਸ ਤਰੀਕੇ ਨਾਲ ਸ਼ਰੇਆਮ ਜਿਹੜਾ ਬੋਲਿਆ, ਉਹ ਪਹਿਲੀ ਵਾਰ ਬੋਲਿਆ ਵੀ ਖੁਦ ਭਾਜਪਾ ਜਿਹੜੀ ਆ ਉਹ ਟੁਕੜੇ ਟੁਕੜੇ ਗੈਂਗ ਆ। ਔਰ ਉਹਨਾਂ ਜ਼ਿਕਰ ਇਸ ਗੱਲ ਦਾ ਵੀ ਕੀਤਾ ਵੀ ਜਦੋਂ CAA ਬਾਰੇ, ਨਾਗਰਿਕਤਾ ਬਾਰੇ ਜਦੋਂ ਰੌਲਾ ਰੱਪਾ ਪਿਆ ਬਹੁਤ, ਉਦੋਂ ਇਹਨਾਂ ਨੇ ਹਿੰਦੂ ਔਰ ਮੁਸਲਮਾਨਾਂ ਦੇ ਵਿੱਚ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਜੀ ਭਾਜਪਾ ਨੇ। ਹੁਣ ਸੁਖਬੀਰ ਸਿੰਘ ਬਾਦਲ ਹੁਣੀ ਕਹਿ ਰਹੇ ਪਏ ਹੁਣ ਇਹ ਹਿੰਦੂਆਂ ਦੇ, ਸਿੱਖਾਂ ਦੇ ਖਿਲਾਫ ਹਿੰਦੂਆਂ ਨੂੰ ਖੜਾ ਕਰ ਰਹੀ ਆ। ਸੋ ਉਹਦੇ ਵਿੱਚ ਜਿੱਥੇ ਇਹ ਗੱਲ ਆਈ ਆ, ਇਹਦੀ ਬਹੁਤ ਵੱਡਾ ਦੋਸ਼ ਆ ਇਹ। ਇੱਕ ਉਹਨਾਂ ਦੇ ਜਿਹੜੀ ਸ਼ੁਰੂਆਤ ਮੁੱਢ ਤੋਂ ਚੱਲੀ ਆ ਰਹੀ ਭਾਈਵਾਲ ਪਾਰਟੀ NDA ਗੱਠਜੋੜ ਦੇ ਵਿੱਚ ਜਦੋਂ ਬਣਿਆ ਸੀ, 23 ਸਾਲ ਪੁਰਾਣਾ ਗੱਠਜੋੜ ਦੀ ਇੱਕ ਪਾਰਟੀ, ਜਦੋਂ ਤੁਹਾਨੂੰ ਇਹ ਸ਼ਬਦ ਕਹਿਣ ਲੱਗ ਪਵੇ ਤਾਂ ਉਹਦੇ ਲਈ ਥੋੜਾ ਜਿਹਾ ਸੋਚਣ ਵਾਲੀ ਗੱਲ ਤਾਂ ਬਣਦੀ ਆ ਵੀ ਇਹ ਤੁਹਾਨੂੰ ਟੁਕੜੇ ਟੁਕੜੇ ਗੈਂਗ ਤੁਹਾਡੇ ਰੱਖੇ ਹੋਏ ਨਾਵਾਂ ਤੇ ਹੀ ਤੁਹਾਨੂੰ ਪੁਕਾਰਨਾ ਸ਼ੁਰੂ ਹੋ ਗਿਆ ਹੈ ਜੀ। ਤੇ ਇਹਦਾ ਜਵਾਬ ਵੀ ਚਲੋ ਸ਼ਵੇਤ ਮਲਿਕ ਹੁਣਾਂ ਨੇ ਕਿਹਾ ਵੀ ਇਹਨਾਂ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ ਜੀ। ਹੁਣ ਉਹ ਪਤਾ ਨਹੀਂ ਜੀ ਛੁਰਾ ਕਿਹੜੀ ਪਿੱਠ 'ਚ ਵੱਜਾ ਜਾ ਕੇ, ਵੀ ਸ਼ਾਇਦ ਤੁਸੀਂ ਇਹਨਾਂ ਦੇ ਮਾਰਿਆ ਜਾਂ ਇਹਨਾਂ ਨੇ ਤੁਹਾਡੇ ਮਾਰਿਆ। ਖੈਰ ਤੁਹਾਡੇ ਦੇ ਵਿੱਚ ਹੀ ਸੀ ਨਾ ਰਹੀ ਇਹ, ਇੰਨੇ ਸਾਲਾਂ ਤੋਂ ਤੁਹਾਡੇ ਨਾਲ ਹੀ ਸੀ, ਤੁਸੀਂ 10 ਸਾਲ ਇਕੱਠਿਆਂ ਨੇ ਰਾਜ ਕੀਤਾ ਪੰਜਾਬ ਦੇ ਵਿੱਚ, ਫਿਰ ਸਾਰਾ ਸੁੱਖ ਆਨੰਦ ਮਾਣਿਆ। ਹੁਣ ਤੁਸੀਂ ਇੱਕ ਦੂਜੇ ਨੂੰ ਕਹੋ ਵੀ ਉਹਨੇ ਮੇਰੇ ਪਿੱਠ 'ਚ ਛੁਰਾ ਮਾਰਿਆ ਤਾਂ ਉਹਨੇ, ਇਹ ਤਾਂ ਗੱਲ ਹੋ ਗਈ ਨਾ ਸੱਤਾ ਦੇ ਵਿੱਚ ਰਹਿੰਦੇ ਆ, ਫਿਰ ਤਾਂ ਸਾਨੂੰ ਸਾਰਾ ਕੁਝ ਮਿਲਦਾ ਤਾਂ ਅਸੀਂ ਭਾਈਵਾਲ ਆ ਜੀ, ਬਹੁਤ ਚੰਗੀ ਗੱਲ ਆ। ਜਦੋਂ ਸਾਡੇ ਕੋਲ ਸੱਤਾ ਹੈ ਨਹੀਂ, ਫਿਰ ਤੂੰ ਕੌਣ ਤੇ ਮੈਂ ਕੌਣ। ਇੱਦਾਂ ਹੀ ਉਹਨਾਂ ਨੇ ਕੀਤੀ ਆ ਵੀ ਜੇ ਤੁਸੀਂ ਕਾਨੂੰਨ ਬਣਾਇਆ ਸੀਗਾ, ਮੰਤਰੀ ਸੀਗੇ ਉੱਥੇ ਹਰਸਿਮਰਤ ਕੌਰ ਬਾਦਲ, ਤੇ ਉਹ ਜਿੱਦਾਂ ਉਹਨਾਂ ਦੇ ਕਹਿਣ ਮੁਤਾਬਕ ਆ ਵੀ ਸਾਨੂੰ ਨਹੀਂ ਦੱਸਿਆ ਜੀ। ਪਰ ਇਹ ਹੋ ਨਹੀਂ ਸਕਦਾ ਵੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਿਸੇ ਮੰਤਰੀ ਨੂੰ ਉਸ ਕੈਬਨਿਟ ਦੇ ਏਜੰਡੇ ਦਾ ਨਾ ਪਤਾ ਹੋਵੇ। ਬਿਲਕੁਲ। ਤੇ ਚਲੋ ਉਹਨਾਂ ਨੇ ਆਪਣੇ ਪੱਲਾ ਝਾੜਨ ਵਾਲੀ ਗੱਲ ਕਹਿ ਲਈਏ, ਤੇ ਸਰਕਾਰ ਨੂੰ ਵੀ ਇਹ ਚਾਹੀਦਾ ਸੀਗਾ ਵੀ ਇਹਦੇ ਵਿੱਚ ਜਿਹੜੇ ਸਟੇਕ ਹੋਲਡਰ ਜਿਹੜੇ ਸਭ ਤੋਂ ਵੱਧ ਆ ਉਹ ਪੰਜਾਬ ਦੇ ਆ ਜੀ। ਤੇ ਕਿਉਂ ਨਾ ਆਪਾਂ ਇਕੱਲੇ, ਜੇ ਤੁਹਾਡੇ ਇੱਕੋ ਇੱਕ ਮੰਤਰੀ ਸੀਗੀ, ਉਹਨੂੰ ਨਹੀਂ ਵਿਚਾਰ ਕਰਦੇ, ਘੱਟੋ ਘੱਟ ਤੁਹਾਡੇ ਇੱਕ ਪਿਤਾਮਾ ਸੀਗੇ ਜਿਹੜੇ ਸਿਆਸਤ ਦੇ ਜਿਹਨੂੰ ਕਹਿੰਦੇ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨਾਲ ਹੀ ਸਲਾਹ ਮਸ਼ਵਰਾ ਕਰ ਲੈਂਦੇ। ਸੋ ਇੱਥੇ ਜਿਹੜੇ ਜਿੰਨੇ ਵੀ ਖੇਤੀਬਾੜੀ ਮਾਹਰ ਸੀਗੇ ਉਹਨਾਂ ਨਾਲ ਕਰ ਲੈਂਦੇ ਆ, ਪਰ ਕਿਸੇ ਨਾਲ ਉਹਨਾਂ ਨੇ ਇਸ ਗੱਲ ਨੂੰ ਵਿਚਾਰਨਾ, ਇਸ ਗੱਲ ਨੂੰ ਸਮਝਣਾ ਇਹ ਠੀਕ ਨਹੀਂ ਸਮਝਿਆ। ਉਹ ਕਾਲੀ ਕਾਲੀ 'ਚ ਬਣਾਤਾ। ਹੁਣ ਜਦੋਂ ਇਹਨਾਂ ਦੀ ਦੂਸ਼ਣਬਾਜ਼ੀ ਚੱਲ ਰਹੀ ਆ ਤੇ ਇਹ ਵੀ ਆਪਣੇ ਆਪ 'ਚ ਆਪਣੇ ਹੋਂਦ ਦਰਸਾਉਣ ਨੂੰ ਆ ਜੀ, ਕਿਉਂਕਿ ਸਿਆਸੀ ਪਾਰਟੀਆਂ, ਮੈਂ ਪਹਿਲਾਂ ਵੀ ਗੱਲ ਕੀਤੀ, ਵੀ ਕਾਫੀ ਹਾਸ਼ੀਏ ਦੇ ਚਲੇ ਗਈਆਂ। ਉਹ ਹੁਣ ਕਿਸੇ ਤਰੀਕੇ ਨਾਲ ਗਾਹੇ ਬਗਾਹੇ ਇੱਕ ਪਾਸੇ ਕਿਸਾਨਾਂ ਦਾ ਸਮਰਥਨ ਕਰਕੇ ਆਪਣਾ ਦਰਸਾਉਣਾ ਚਾਹੁੰਦੀਆਂ, ਦੂਜੇ ਪਾਸੇ ਇਹੋ ਜਿਹੇ ਬਿਆਨਬਾਜ਼ੀ, ਇੱਕ ਦੂਜੇ ਦੂਸ਼ਣਬਾਜ਼ੀ ਜਿਹੜੀ ਕਰਕੇ ਆ ਉਹ ਆਪਣੀ ਹੋਂਦ ਦਰਸਾਉਣ ਨੂੰ ਆ। ਸੋ ਪਾਰਟੀਆਂ ਆਪਣੀਆਂ ਇਸ ਵੇਲੇ ਜਿਹੜੀਆਂ ਉਹ ਹੋਂਦ ਬਚਾਉਣ ਦੇ ਉੱਤੇ ਲੱਗੀਆਂ ਹੋਈਆਂ। ਆਉਣ ਵਾਲਾ ਸਮਾਂ ਜਿਹੜਾ ਚੋਣਾਂ ਦਾ ਆ। ਬਿਲਕੁਲ। ਤੁਸੀਂ ਗੱਲ ਦੱਸੀ ਕਿ ਸ਼ਵੇਤ ਮਲਿਕ ਜੀ ਨੇ ਕਿਹਾ ਕਿ ਛੁਰਾ ਮਾਰਿਆ, ਤੇ ਹੁਣ ਤੁਸੀਂ ਗੱਲ ਦੱਸੀ, ਤੁਸੀਂ ਬੋਲ ਰਹੇ ਸੀਗੇ ਕਿ ਛੁਰਾ ਕਿਹਨੇ ਮਾਰਿਆ ਤੇ ਕਿਹਦੇ ਮਾਰਿਆ। ਛੁਰੇ ਇਹਨਾਂ ਸਾਰੇ ਸਿਆਸੀ ਲੋਕਾਂ ਨੇ ਮਾਰਿਆ। ਬਿਲਕੁਲ ਜੀ। ਚਾਹੇ ਉਹ ਇੱਕ ਪਾਰਟੀ ਦੇ ਨੇ, ਚਾਹੇ ਉਹ ਦੂਜੀ ਪਾਰਟੀ ਦੇ ਨੇ, ਚਾਹੇ ਤੀਜੀ ਪਾਰਟੀ। ਵੱਜੇ ਸਾਰੇ ਕਿਸਾਨੀ ਦੇ, ਵੱਜੇ ਸਾਰੇ ਉਹ ਆਮ ਲੋਕਾਂ, ਕਿਸਾਨੀ ਦੇ ਵੱਜੇ ਆ। ਬਿਲਕੁਲ ਜੀ। ਕੱਲੀ ਕਿਸਾਨੀ ਦੇ ਨਹੀਂ, ਸਾਰੀਆਂ। ਫਿਲਹਾਲ ਆਪਾਂ ਕਿਸਾਨੀ ਨੂੰ ਲੈ ਕੇ ਲਿਆਈਏ। ਕਦੀ ਇਹਨਾਂ ਨੇ ਨੋਟਬੰਦੀ ਦਾ ਛੁਰਾ ਮਾਰਿਆ, ਕਦੀ ਇਹਨਾਂ ਨੇ GST ਦਾ ਛੁਰਾ ਮਾਰਿਆ, ਕਦੀ ਇਹਨਾਂ ਨੇ ਧਾਰਮਿਕ ਤੌਰ ਤੇ ਛੁਰੇ ਮਾਰਿਆ, ਤੇ ਜ਼ਖਮੀ ਇਹਨਾਂ ਨੇ ਆਪਣੇ ਹੀ ਲੋਕ ਕੀਤੇ ਆ, ਜਿਨ੍ਹਾਂ ਤੋਂ ਵੋਟਾਂ ਲੈ ਕੇ ਸਰਕਾਰਾਂ ਬਣਾਉਂਦੇ ਨੇ, ਉਹਨਾਂ ਨੂੰ ਹੀ ਇਹ ਮਾਰਦੇ ਨੇ। ਬਿਲਕੁਲ ਜੀ, ਬਿਲਕੁਲ। ਲੈਨੇ ਆ ਜੀ ਇਸੇ ਪ੍ਰੋਗਰਾਮ ਵਿੱਚ ਬ੍ਰੇਕ, ਤੇ ਮਿਲਾਂਗੇ ਇਸ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਵਿਚਾਰ ਚਰਚਾ 'ਚ ਵਿਚਾਰਾਂ ਤੇ ਚਰਚਾ ਕਰਦੇ ਕਰਦੇ ਅਸੀਂ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਪਹੁੰਚ ਗਏ ਹਾਂ ਜੀ। ਤੇ ਤੁਸੀਂ ਕਈ ਦਿਨਾਂ ਤੋਂ ਕਹਿ ਰਹੇ ਆ ਕਰੋਨਾ ਘਟ ਰਿਹਾ, ਤੇ ਦਵਾਈ ਵੀ ਇਹਦੀ ਆ ਰਹੀ ਆ, ਤੇ ਉਧਰ ਕੈਬਨਿਟ ਕਹਿੰਦੀ ਆ ਤੇ ਭਾਰਤ ਸਰਕਾਰ ਕਹਿੰਦੀ ਆ ਕਿ ਕਰੋਨਾ ਤੋਂ ਸਾਨੂੰ ਖਤਰਾ, ਅਸੀਂ ਤਾਂ ਸਰਦ ਰੁੱਤ ਦਾ ਸੈਸ਼ਨ ਹੀ ਨਹੀਂ ਕਰਨਾ ਇਸ ਵਾਰ। ਬਿਲਕੁਲ ਜੀ। ਇਹ ਕੀ ਗੱਲ ਹੋਈ ਜੀ? ਦੇਖੋ ਜੀ, ਜਦੋਂ ਤਾਂ ਇਹਨਾਂ ਨੇ ਕੋਈ ਕੰਮ ਕਰਨਾ ਹੁੰਦਾ ਜੀ, ਫਿਰ ਤਾਂ ਕਰੋਨਾ ਦਾ ਖਤਰਾ, ਤੇ ਜਦੋਂ ਕਿਸੇ ਹੋਰ ਦੇ ਕਰੋਨਾ ਦਾ ਖਤਰਾ ਨਹੀਂ, ਜਦੋਂ ਕਿਸੇ ਹੋਰ ਲਈ ਕੰਮ ਕਰਨਾ ਹੁੰਦਾ ਫਿਰ ਕਰੋਨਾ ਖਤਰਾ ਇਹ ਜਾਣਬੁੱਝ ਕੇ ਲਿਆ ਕੇ ਵਿੱਚ ਛੱਡ ਦਿੰਦੇ ਆ ਜੀ। ਤਾਂ ਪਹਿਲਾਂ ਤਾਂ ਮੈਂ ਸਥਿਤੀ ਜ਼ਰੂਰ ਦੱਸ ਦੇਵਾਂ ਕਿ ਕਰੋਨਾ ਦਾ ਖਤਰਾ ਬੇਸ਼ੱਕ ਘਟ ਗਿਆ, ਕਾਫੀ ਮਾਮਲੇ ਘੱਟ ਗਿਣਤੀ 'ਚ ਆ ਰਹੇ ਆ, ਮੌਤਾਂ ਦੀ ਦਰ ਵੀ ਘਟ ਗਈ ਆ, ਪੋਜ਼ਿਟਿਵਿਟੀ ਰੇਟ ਵੀ ਘਟ ਗਈ ਆ। ਕੁੱਲ ਮਿਲਾ ਕੇ ਜਿਹੜਾ ਹੁਣ ਇਸ ਵੇਲੇ ਸਥਿਤੀ ਜਿਹੜੀ ਆ, ਜੇ ਆਪਾਂ ਕਹੀਏ ਤਾਂ ਬਹੁਤ ਜ਼ਿਆਦਾ ਚਿੰਤਾਜਨਕ ਤਾਂ ਨਹੀਂ, ਰਾਹਤ ਵਾਲੇ ਜ਼ਰੂਰ ਕਹਿ ਸਕਦੇ ਹਾਂ, ਕਿਉਂਕਿ ਇੱਕ ਪਾਸੇ ਵੈਕਸੀਨ ਦਾ ਵੀ ਜਿਹੜਾ ਉਹ ਬਹੁਤ ਤੇਜ਼ੀ ਨਾਲ ਚੱਲ ਰਿਹਾ ਕੰਮ, ਕਈਆਂ ਦੇ ਪਾਸਿਓਂ ਚੰਗੇ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਗਿਆ, ਲੱਗ ਰਹੇ ਆ ਕਈਆਂ ਦੇਸ਼ਾਂ 'ਚ। ਭਾਰਤ ਨੇ ਵੀ ਕਹਿਤਾ ਵੀ ਜਨਵਰੀ ਦੇ ਪਹਿਲੇ ਹਫ਼ਤੇ 'ਚੋਂ ਸ਼ੁਰੂ ਕਰਨ ਦੀ ਪੂਰੀ ਸੰਭਾਵਨਾ ਹੈ ਜੀ। ਹੁਣ ਜਿੱਥੋਂ ਤੱਕ ਸਰਕਾਰ ਦਾ ਕੰਮ ਹੈ, ਜਿਹੜਾ ਸੰਸਦ ਦਾ ਸਰਦ ਰੁੱਤ ਇਜਲਾਸ ਜੀ, ਦੇਖੋ ਇਹ ਜਿਹੜੇ ਇਜਲਾਸ ਆ, ਚਾਹੇ ਉਹ ਵਿਧਾਨ ਸਭਾ ਦਾ ਆ, ਚਾਹੇ ਉਹ ਸੰਸਦ ਦਾ ਆ ਜੀ, ਉਹ ਇਸੇ ਕਰਕੇ ਰੱਖੇ ਜਾਂਦੇ ਆ ਵੀ ਲੋਕਾਂ ਦੀ ਆਵਾਜ਼ ਉੱਥੇ ਇੱਕ ਬਹਿ ਕੇ, ਜਿੱਥੋਂ ਦੇ ਨੁਮਾਇੰਦੇ ਚੁਣ ਕੇ ਆਏ ਆ, ਉਹ ਆਪਣੇ ਹਲਕਿਆਂ ਦੀ, ਆਪਣੇ ਜਿਸ ਤੋਂ ਲੋਕਾਂ ਤੋਂ ਚੁਣ ਕੇ ਆਏ, ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਜੀ। ਤੇ ਜਦੋਂ ਆਪਾਂ ਇਹ ਇਜਲਾਸ ਹੀ
ਜਦੋਂ ਨਹੀਂ ਕਰਨਾ ਚਾਹਣ, ਸਰਕਾਰ ਨਹੀਂ ਚਾਹਵੇ, ਤਾਂ ਫਿਰ ਉਹ ਲੋਕਾਂ ਦੀ ਆਵਾਜ਼ ਕਿੱਦਾਂ ਜਾਊਗੀ ਸਰਕਾਰ ਕੋਲ। ਜੀ ਠੀਕ ਹੈ, ਹੁਣ ਜਦੋਂ ਕਰੋਨਾ ਘਟ ਰਿਹਾ ਤੇ ਇਹਨਾਂ ਨੇ ਕਰੋਨੇ ਦੇ ਖਤਰੇ ਦੇ ਨਾਂ ਤੇ ਸਰਦ ਇਜਲਾਸ ਕੈਂਸਲ ਕਰਤਾ, ਤੇ ਜਦੋਂ ਕਿਸਾਨਾਂ ਲਈ ਇਹ ਜਿਹੜਾ ਕਿਸਾਨ ਮਾਰੂ ਬਿੱਲ ਬਣਾਉਣੇ ਸੀਗੇ, ਕਾਨੂੰਨ ਬਣਾਉਣਾ ਸੀਗਾ, ਉਦੋਂ ਫਟਾਫਟ ਇਹਨਾਂ ਨੇ ਇਜਲਾਸ ਬੁਲਾ ਵੀ ਲਿਆ ਸੀਗਾ। ਉਦੋਂ ਤਾਂ ਕਰੋਨਾ ਹੈ ਨਹੀਂ ਸੀ? ਉਦੋਂ ਤਾਂ ਬਹੁਤ ਜ਼ਿਆਦਾ ਕਰੋਨਾ ਸੀਗਾ, ਪਰ ਇਹਨਾਂ ਲਈ ਹੈ ਨਹੀਂ ਸੀ। ਅੱਛਾ ਜੀ। ਦੇਖੋ, ਕਰੋਨਾ ਤਾਂ ਉਦੋਂ ਵੀ ਬਹੁਤ ਸੀ ਜਦੋਂ ਬਿਹਾਰ 'ਚ ਏਡੇ ਵੱਡੇ ਵੱਡੀਆਂ ਰੈਲੀਆਂ ਹੁੰਦੀਆਂ ਸੀ। ਜੀ। ਕਰੋਨਾ ਉਦੋਂ ਵੀ ਬਹੁਤ ਸੀ ਜਦੋਂ ਆ ਕੇ ਜਸ਼ਨ ਇਹਨਾਂ ਨੇ ਦਿੱਲੀ ਦੇ ਵਿੱਚ ਮਨਾਇਆ ਬਹੁਤ ਵੱਡੇ ਪੱਧਰ ਤੇ, ਔਰ ਇਕੱਠ ਇੰਨਾ ਸੀਗਾ ਤੇ ਮੋਢੇ ਨਾਲ ਮੋਢਾ ਖਹਿੰਦਾ ਸੀਗਾ। ਜੀ। ਤੇ ਹੁਣ ਜਦੋਂ ਸਰਦ ਰੁੱਤ ਇਜਲਾਸ ਆਇਆ, ਐਡੇ ਸਾਰੇ ਮਸਲੇ ਦੇਸ਼ ਦੇ ਇਕੱਠੇ ਹੋਏ ਹੋ ਆ। ਸਭ ਤੋਂ ਵੱਡਾ ਮਸਲਾ ਕਿਸਾਨੀ ਦਾ, ਜਿੱਥੇ ਇਹਨਾਂ ਨੇ ਪੂਰੀ ਤਰ੍ਹਾਂ ਸਰਕਾਰ ਨੇ ਘਿਰਨਾ ਸੀਗਾ, ਤੇ ਉਸੇ ਹੀ ਸਰਦ ਰੁੱਤ ਇਜਲਾਸ ਤੋਂ ਭੱਜ ਗਈ। ਜੀ। ਭੱਜ ਗਈ ਸ਼ਬਦ ਮੈਂ ਇਸ ਕਰਕੇ ਵਰਤੂੰਗਾ ਬਈ ਇਹ ਹੁਣ ਸਾਹਮਣਾ ਨਹੀਂ ਕਰ ਸਕ ਰਹੀ ਆ ਵਿਰੋਧੀ ਧਿਰਾਂ ਦਾ, ਜਾਂ ਜਿਹੜੇ ਉੱਥੇ ਸੰਸਦ ਮੈਂਬਰ ਹੋਰ ਹੋਣਗੇ। ਜਦ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਕਾਨੂੰਨ ਦੇ ਵਿੱਚ ਸੋਧ ਕਰਨੀ ਜਾਂ ਇਹਨੂੰ ਰੱਦ ਕਰਨਾ, ਦੋਨੇ ਤਰੀਕੇ ਜਿਹੜੇ ਆ ਉਹ ਕੈਬਨਿਟ 'ਚ ਹੋ ਕੇ ਸੰਸਦ ਵਿੱਚ ਹੀ ਜਾਣੇ ਆ। ਜੀ। ਫਿਰ ਹੀ ਉਹਦੇ ਲਈ ਸੋਧ ਪੇਸ਼ ਹੋਊਗੀ। ਤੇ ਜਦੋਂ ਆਪਾਂ ਇਹ ਇਜਲਾਸ ਹੀ ਕੈਂਸਲ ਕਰਤਾ ਤੇ ਅਗਲਾ ਤੋਰ ਦਿੱਤਾ ਗਾਹਾਂ ਬਜਟ ਇਜਲਾਸ 'ਚ, ਤੇ ਉਦੋਂ ਵੀ ਕੀ ਭਰੋਸਾ ਪਏ ਕਰੋਨਾ ਘਟ ਜਾਊ। ਜੀ। ਜੇ ਇਹਨਾਂ ਲਈ ਹੁਣੇ ਨਹੀਂ ਘਟਿਆ, ਜਦੋਂ ਅੰਕੜੇ ਘਟ ਰਹੇ ਆ, ਤਾਂ ਉਦੋਂ ਤਾਂ ਜੇ ਵੈਕਸੀਨ ਵੀ ਆ ਜਾਏ ਤਾਂ ਬਹਾਨਾ ਉਦੋਂ ਵੀ ਲਾ ਸਕਦੇ ਕਿ ਦੇਖੋ ਜੀ ਹੁਣ ਵੀ ਕਰੋਨਾ ਆ। ਸੋ ਇਸ ਕਰੋਨੇ ਨੂੰ ਇਹਨਾਂ ਨੇ ਬਹਾਨਾ ਬਣਾ ਲਿਆ ਆਪਣੇ ਤਰੀਕੇ ਨਾਲ ਢਾਲਣ ਲਈ। ਵੀ ਜਦੋਂ ਅਸੀਂ ਕਹਿਤਾ ਕਰੋਨਾ ਆ ਜਾ, ਆ ਗਿਆ, ਜਦੋਂ ਕਹਿਤਾ ਕਰੋਨਾ ਨਹੀਂ ਆ, ਚਲੇ ਗਿਆ। ਉਹ ਆਪਣੇ ਤਰੀਕੇ ਨਾਲ ਢਾਲਣ ਲੱਗ ਪਏ ਆ। ਇਹ ਜਦੋਂ ਆਹ ਕੰਮਾਂ ਇਹਨਾਂ ਕੰਮਾਂ ਦੇ ਵਿੱਚ, ਇਸ ਹਾਲਾਤ ਦੇ ਵਿੱਚ, ਇਸ ਦੌਰ ਦੇ ਵਿੱਚ ਇਹ ਜ਼ਰੂਰੀ ਸੀਗਾ। ਸਰਦ ਰੁੱਤ ਇਜਲਾਸ ਜ਼ਰੂਰੀ ਸੀ। ਇਹਦੇ ਨਾਲ ਸੰਬੰਧਿਤ ਆਪਾਂ ਦੇਖੀਏ ਤਾਂ ਕਾਂਗਰਸ ਦੇ ਜਿਹੜੇ ਕਈ ਐਮਪੀ ਆ, ਉਹ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਵੀ ਧਰਨਾ ਲਾ ਕੇ ਪ੍ਰਦਰਸ਼ਨ ਕਰ ਰਹੇ ਆ। ਜੀ। ਉਹਨਾਂ ਦੀ ਵੀ ਮੰਗ ਇੱਕੋ ਹੀ ਆ ਕਿ ਜਿਹੜਾ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ। ਉਹ ਭਲੇ ਲੋਕੋ ਵਿਸ਼ੇਸ਼ ਇਜਲਾਸ ਤੇ ਇੱਕ ਪਾਸੇ, ਜਿਹੜਾ ਕੰਟੀਨਿਊਟੀ ਜਿਹੜਾ ਰੂਟੀਨ ਦਾ ਹੁੰਦਾ ਜਿਹੜਾ ਉਹ ਤਾਂ ਉਹੀ ਛੱਡ ਗਏ। ਸੋ ਇਹ ਸਰਕਾਰ ਜਿਹੜੀ ਆ, ਆਪਾਂ ਬਾਰ-ਬਾਰ ਮੈਂ ਇਹ ਕਹਿ ਰਿਹਾ ਵੀ ਇਹ ਕੌਮੀ ਮਸਲਿਆਂ ਤੋਂ ਭੱਜ ਰਹੀ ਆ ਸਰਦ ਰੁੱਤ ਇਜਲਾਸ ਕੈਂਸਲ ਕਰਕੇ। ਜੀ। ਜਿੱਦਾਂ ਉਹ ਪੰਜਾਬੀ 'ਚ ਕਹਿੰਦੇ ਆ, ਮਨ ਹਰਾਮੀ ਤੇ ਹੁਜਤਾਂ ਢੇਰ। ਜੀ। ਜਦੋਂ ਤੁਸੀਂ ਕੋਈ ਕੰਮ ਨਹੀਂ ਕਰਨਾ ਹੁੰਦਾ, ਤੁਸੀਂ ਬਹਾਨੇ ਬਣਾਉਂਦੇ ਹੋ। ਬਿਲਕੁਲ ਜੀ। ਤੇ ਹੁਣ ਕਰੋਨਾ ਦਾ ਤੇ ਬਹਾਨਾ ਆ। ਗੱਲ ਤੇ ਸਿਰਫ ਇਹ ਆ ਕਿ ਮੁੱਦਿਆਂ ਤੋਂ ਭੱਜਣਾ ਚਾਹੁੰਦੇ ਆ ਅਸੀਂ। ਜੀ ਬਿਲਕੁਲ। ਮੈਂ ਉਹੀ ਕਹਿੰਦਾ, ਜਦੋਂ ਕਾਨੂੰਨ ਬਣਾਏ ਸੀਗੇ ਉਦੋਂ ਤਾਂ ਸਿਖਰ ਤੇ ਸੀ ਕਰੋਨਾ। ਜੀ। ਸਤੰਬਰ ਦੇ ਵਿੱਚ ਕਾਨੂੰਨ ਪਾਸ ਕੀਤੇ ਆ, ਉਦੋਂ ਤਾਂ ਸਿਖਰ ਤੇ ਸੀਗਾ। ਕਈਆਂ ਪਾਰਟੀਆਂ ਨੇ ਵਿਰੋਧ ਵੀ ਕੀਤਾ ਸੀ ਵੀ ਇਜਲਾਸ ਨਾ ਬੁਲਾਓ, ਬਹੁਤ ਬੁਰਾ ਹਾਲ ਆ ਕਰੋਨੇ ਦੇ ਵਿੱਚ, ਬਹੁਤ ਵੱਡੇ ਪੱਧਰ ਤੇ ਫੈਲ ਜਾਊਗਾ। ਐਮਪੀਆਂ ਤੋਂ ਫੈਲਿਆ ਤਾਂ ਤੁਹਾਨੂੰ ਪਤਾ ਵੀ ਇਹਨਾਂ ਨੂੰ ਖਤਰਾ ਆਪਣੇ ਨੂੰ ਹੁੰਦਾ ਹੀ ਆ, ਮੰਤਰੀਆਂ ਨੂੰ। ਜੀ। ਪਰ ਇਹ ਨਹੀਂ ਮੰਨੇ, ਕਹਿੰਦੇ ਨਹੀਂ ਜੀ ਬੁਲਾਉਣਾ। ਔਰ ਉਹਦੇ ਜਿਹੜੇ ਏਜੰਡੇ ਦੇ ਸ਼ੁਰੂਆਤ ਵਿੱਚ ਹੀ ਇਹ ਤਿੰਨੇ ਕਾਨੂੰਨ ਲਿਆਤੇ ਸੀ ਵੀ ਪਹਿਲੇ ਦਿਨ ਹੀ ਪੇਸ਼ ਕਰਤੇ ਸੀਗੇ। ਜੀ। ਇਹ ਵੀ ਆਪਣੇ ਆਪ 'ਚ ਇੱਕ ਮਿਸਾਲ ਪੈਦਾ ਕੀਤੀ ਸੀ ਕਿ ਵੀ ਤੁਸੀਂ ਤਾਂ ਕਰੋਨੇ ਤੋਂ ਡਰੀ ਜਾਂਦੇ, ਇਹ ਤਾਂ ਕਾਨੂੰਨ ਲਿਆ ਕੇ ਪੇਸ਼ ਕਰਤੇ ਆ, ਪਾਸ ਵੀ ਕਰਤੇ ਆ। ਕਰੋਨੇ ਦੀਆਂ ਅਸੀਂ ਪਹਿਲਾਂ ਵੀ ਗੱਲਾਂ ਸੁਣੀਆਂ ਵੀ ਕਰੋਨਾ ਟਾਈਮ ਦੇ ਵਿੱਚ ਜਦੋਂ ਇਹਨਾਂ ਨੇ ਕੁਝ ਰੁਕਾਵਟਾਂ ਲਾਈਆਂ ਸੀਗੀਆਂ ਕਿ 2 ਘੰਟੇ ਲਈ ਬਾਜ਼ਾਰ ਖੋਲ੍ਹੇ ਆ, ਕਦੀ 4 ਘੰਟੇ ਲਈ ਖੋਲ੍ਹੇ। ਕਰੋਨਾ ਨੂੰ ਤਾਂ ਪਹਿਲਾਂ ਹੀ ਦੱਸ ਦਿੰਦੇ ਸੀ ਤੂੰ ਕਿੰਨੇ ਟਾਈਮ ਤੇ ਆਉਣਾ ਤੇ ਕਿੰਨੇ ਟਾਈਮ ਤੇ ਨਹੀਂ ਆਉਣਾ। ਉਹਨੂੰ ਪਤਾ ਹੁੰਦਾ ਸੀ ਵੀ ਅੱਜ ਐਤਵਾਰ ਛੁੱਟੀ ਆ, ਅੱਜ ਨਹੀਂ ਮੈਂ ਆਉਣਾ, ਅੱਜ ਘਰੇ ਰਹਿਣਾ, ਕਰੋਨਾ ਬਾਹਰ ਨਹੀਂ ਨਿਕਲਣਾ, ਕਿਉਂਕਿ ਲੋਕ ਘਰੇ ਰਹਿਣਗੇ। ਜਦੋਂ ਸੋਮਵਾਰ ਤੋਂ ਬਾਹਰ ਨਿਕਲਣ ਲੱਗੇ ਫਿਰ ਤੂੰ ਵੀ ਕਰੋਨਾ ਆ ਜੀ ਬਾਹਰ। ਮੈਂ ਉਹੀ ਕਹਿੰਦਾ ਵੀ ਆਪਣੇ ਮੁਤਾਬਕ ਢਾਲਦੇ ਆ ਹਰੇਕ ਚੀਜ਼ ਨੂੰ। ਇਹ ਕੰਮ ਸਹੀ ਨਹੀਂ ਹੈ। ਦੇਸ਼ ਦੇ ਮਸਲਿਆਂ ਨੂੰ ਇਸ ਤਰ੍ਹਾਂ ਅਣਗੌਲਿਆ ਕਰਨਾ ਇਹ ਸਰਕਾਰ ਲਈ ਠੀਕ ਨਹੀਂ ਹੈ। ਜਿੰਨਾ ਵੱਡਾ ਸਾਡਾ ਮੁਲਕ ਆ, ਇੱਥੇ ਸੈਸ਼ਨ ਤੇ ਜ਼ਰੂਰ ਹੋਣੇ ਚਾਹੀਦੇ, ਤੇ ਸੈਸ਼ਨ ਦੇ ਵਿੱਚ ਢੁਕਵੀਂ ਬਹਿਸ ਹੋਣੀ ਚਾਹੀਦੀ ਤੇ ਚੰਗੇ ਕਾਨੂੰਨ ਪਾਸ ਹੋਣੇ ਚਾਹੀਦੇ। ਬਿਲਕੁਲ ਜੀ ਬਿਲਕੁਲ। ਗੱਲ ਤਾਂ ਇੱਥੇ ਬਣਦੀ ਹੈ ਨਾ, ਤਾਂ ਹੀ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਲੋਕਾਂ ਦੀਆਂ ਸਮੱਸਿਆਵਾਂ ਉੱਥੇ ਲਿਆ ਕੇ ਪੇਸ਼ ਕਰ ਸਕਣਗੇ। ਪਰ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਜਿਹੜੀ ਲੋਕਤੰਤਰ ਹੈ ਉਹਦੇ ਵਿੱਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਦਾ ਤਾਂ ਫਾਇਦਾ ਲੈਣ ਦਾ ਜੀ ਉਹ ਇੱਕ ਪਾਸੜ ਜਿਹੜਾ ਜ਼ਿਆਦਾ ਸਾਡੇ ਕੋਲ ਬਹੁਮਤ ਆ ਉਹ ਵੀ ਨੁਕਸਾਨਦਾਇਕ ਹੈ। ਹੁਣ ਤਾਂ ਹੀ ਤਾਂ ਪਛਤਾਉਂਦੇ ਆ। ਹੁਣ ਤੁਸੀਂ ਆਮ ਹੀ ਸੁਣਿਆ ਹੋਣਾ, ਮੀਡੀਆ 'ਚ ਲਿਖਿਆ ਹੁੰਦਾ ਵੀ ਅਸੀਂ ਪਛਤਾਉਂਦੇ ਆ ਜੀ, 2014 ਦੇ ਵਿੱਚ ਅਸੀਂ ਗਲਤੀ ਕਰ ਲਈ ਸੀਗੀ ਜੀ। ਤੇ ਇਸੇ ਗਲਤੀ ਨੂੰ ਲੈ ਕੇ ਵੀ ਇੱਕ ਥਾਂ ਬੁਲਾਰੇ ਨੇ ਕਿਤੇ ਕਿਹਾ ਵੀ ਸੀਗਾ, ਬਹੁਤ ਮਾਹਰ ਸੀ, ਖੇਤੀਬਾੜੀ ਵਾਲਾ ਮਾਹਰ, ਉਹਨੇ ਵੀ ਕਿਹਾ ਸੀਗਾ ਵੀ ਇਹਦੇ ਤੇ ਭਰੋਸਾ ਨਾ ਕਰਿਓ ਜੀ, ਕਿਉਂਕਿ 2014 ਤੋਂ ਹੀ ਇਹ ਵਾਅਦੇ ਕਰਦੀ ਆਈ ਆ ਜਿਹਦਾ ਅਜੇ ਤੱਕ ਵਫਾ ਨਹੀਂ ਹੋਇਆ ਜੀ। ਜੇ ਇਹਨਾਂ ਨੇ 14 ਦੇ ਵਿੱਚ ਰੌਲਾ ਪਾਇਆ ਸੀ ਵੀ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿਆਂਗੇ, ਪੂਰਾ ਮੁੱਲ ਦਿਆਂਗੇ, ਉਹ 16-17 ਜਾ ਕੇ ਕਹਿਤਾ ਵੀ ਨਹੀਂ ਜੀ ਪੋਸੀਬਲ ਨਹੀਂ ਹੈ ਜੀ। ਫਿਰ ਹੌਲੀ ਕਰਕੇ ਉਹਨੂੰ 1.5 ਗੁਣਾ ਲਾਗਤ ਤੱਕ ਕੁਛ ਵਧਾ ਕੇ MSP ਕਰ ਦਿੱਤਾ, ਪਰ ਉਹ ਰਿਪੋਰਟ ਜਿਹੜੀ ਸਵਾਮੀਨਾਥਨ ਦੀ ਹਜੇ ਤੱਕ ਪੂਰੀ ਲਾਗੂ ਨਹੀਂ ਕੀਤੀ ਜੀ। ਸੋ ਉਹਨਾਂ ਦਾ ਕਹਿਣਾ ਸੀ ਵੀ ਅੰਦੋਲਨ ਤੁਹਾਡਾ ਜਿਹੜਾ ਇਸ ਵੇਲੇ ਪੂਰੇ ਸਿਖਰ ਤੇ ਪਹੁੰਚਿਆ ਆ, ਕੁਛ ਹਾਸਲ ਕਰਕੇ ਹੀ ਜਾਇਓ। ਬੁਲਾਰੇ P ਸਾਈਨਾਥ ਸੀਗੇ, ਬਹੁਤ ਮਾਹਰ ਖੇਤੀਬਾੜੀ ਦੇ ਆ ਜੀ, ਅਰਥ ਸ਼ਾਸਤਰੀ ਆ ਬਹੁਤ ਤਗੜੇ। ਉਹਨਾਂ ਦਾ ਇਹ ਕਹਿਣਾ ਵੀ ਇਹ ਸਰਕਾਰ ਜਿਹੜੀ ਆ ਹਮੇਸ਼ਾ ਝੂਠ ਬੋਲ ਕੇ ਵੋਟਾਂ ਲੈਣ ਤੱਕ ਸੀਮਤ ਰਹੀ ਆ, ਬਾਅਦ ਚ ਭੁੱਲ ਜਾਂਦੀ ਹੈ, ਕੋਈ ਵਾਅਦੇ ਇਹਨਾਂ ਵਫਾ ਨਹੀਂ ਕੀਤੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਜੀ। ਸ਼ੇਰਗਿੱਲ ਸਾਹਿਬ, ਅਸੀਂ ਇੱਕ ਹੋਰ ਮੁੱਦੇ ਦੀ ਗੱਲ ਕਰਨੀ ਸੀ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਬੀਤੇ ਦਿਨਾਂ ਤੋਂ ਬੜੀ ਹਲਚਲ ਦਿਸਣ ਨੂੰ ਮਿਲੀ ਹੈ, ਉਹ ਕੀ ਕਹਾਣੀ ਹੈ? ਹਾਈ ਕੋਰਟ ਨੇ ਲਾਪਰਵਾਹੀ ਤੇ ਅਣਗਹਿਲੀ ਦੇ ਚਲਦਿਆਂ ਪਹਿਲੀ ਵਾਰ ਆ ਇੱਕ ਮਿਸਾਲ ਪੈਦਾ ਕਰਦਿਆਂ 16 ਜੱਜਾਂ ਦੇ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਜੀ।
ਇਹਨਾਂ ਦੇ ਵਿੱਚ ਇੱਕ ਜੱਜ ਉਹ ਵੀ ਆ ਜਿਹੜਾ ਬਹੁਤ ਚਰਚਿਤ ਕਠੂਆ ਦਾ ਰੇਪ ਤੇ ਹੱਤਿਆ ਕਾਂਡ ਸੀ ਛੋਟੀ ਬੱਚੀ ਦੇ ਨਾਲ ਜੀ 8 ਸਾਲ ਪੁਰਾਣਾ ਜਿਹੜਾ ਚੱਲਿਆ, ਉਹਦੇ ਵਿੱਚ ਵੀ ਜਿਹੜੇ ਜੱਜ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਇਸ ਤਰੀਕੇ ਨਾਲ ਉਹਨਾਂ ਦੇ ਖਿਲਾਫ ਵੀ ਕਿਸੇ ਨੂੰ ਜਬਰੀ ਰਿਟਾਇਰ ਕਰਤਾ, ਕਿਸੇ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਤੇ ਕਿਸੇ ਨੂੰ ਉਹਦੀ ਜਾਂਚ ਦੇ ਆਦੇਸ਼ ਦਿੱਤੇ ਆ ਵੀ ਇਹਦੇ ਮਾਮਲੇ 'ਚ ਆਹ ਅਣਗਹਿਲੀ ਹੋਈ ਆ, ਆਹ ਲਾਪਰਵਾਹੀ ਹੋਈ। ਉਹਦੇ ਵਿੱਚ ਸੈਸ਼ਨ ਜੱਜ ਵੀ ਆ, ਜਿਹਦੇ ਜ਼ਿਲ੍ਹਾ ਸੈਸ਼ਨ ਜੱਜ ਵੀ ਆ, ਕੁਝ ਸਬ ਆਰਡੀਨੇਟ ਜੱਜ ਵੀ ਆ ਜੀ। ਤੇ ਇਹ ਜਿਹੜੀ ਇਸ ਪਹਿਲੂ ਨੂੰ ਦੇਖੀਏ ਤਾਂ ਇੱਕ ਹਾਈ ਕੋਰਟ ਕਲੀਨ ਅਪ ਕਰਨ ਨੂੰ ਲੈ ਕੇ ਤੁਰੀ ਆ ਜੀ। ਜਿੱਥੇ ਜਿੱਥੇ ਜੁਡੀਸ਼ਰੀ ਦੇ ਵਿੱਚ ਉਹਨਾਂ ਨੂੰ ਕਿਤੇ ਸ਼ੱਕ ਪਿਆ ਹਾਈ ਕੋਰਟ ਦੇ ਵੱਡੇ ਜੱਜਾਂ ਨੂੰ ਵੀ ਆਹ ਜੁਡੀਸ਼ਰੀ ਦੇ ਵਿੱਚ ਕਿਤੇ ਕਮੀ ਆ, ਇਹਨੂੰ ਕਮੀ ਜਿਹੜੀ ਆ ਖਤਮ ਕੀਤੀ ਜਾਵੇ, ਇਹ ਲਕੂਨੇ ਜਿਹੜੇ ਆ ਜਾਂ ਇਹਦੇ ਵਿੱਚ ਜਿੱਥੇ ਅਣਗਹਿਲੀ ਰਹਿ ਗਈ ਆ ਕਿਸੇ ਕੇਸ ਨੂੰ ਪਰਟੀਕੂਲਰ ਲੈ ਕੇ ਜਾਂ ਓਵਰਆਲ ਲੈ ਕੇ, ਉਹ ਉਸ ਕਲੀਨਅਪ ਨੂੰ ਲੈ ਕੇ 16 ਜੱਜਾਂ ਦੇ ਖਿਲਾਫ ਪਹਿਲੀ ਵਾਰ ਆ ਤੇ ਐਡੀ ਵੱਡੀ ਪੱਧਰ ਤੇ ਕਾਰਵਾਈ ਹਾਈ ਕੋਰਟ ਕਰਨ ਜਾ ਰਹੀ ਆ। ਬਹੁਤ ਚੰਗੀ ਗੱਲ ਆ, ਕਿਉਂਕਿ ਸਾਡਾ ਬਹੁਤ ਭਰੋਸਾ ਆ ਨਿਆਂਪਾਲਿਕਾ ਤੇ। ਬਿਲਕੁਲ, ਨਿਆਂਪਾਲਿਕਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਨਿਆਂਪਾਲਿਕਾ ਨਾ ਹੋਵੇ ਤਾਂ ਕਿਸੇ ਨੂੰ ਇਨਸਾਫ ਹੀ ਨਾ ਮਿਲੇ ਜੀ। ਸੋ ਹਮੇਸ਼ਾ ਆਪਾਂ ਕਹਿ ਦਿੰਦੇ ਆ ਵੀ ਮੈਂ ਤੈਨੂੰ ਦੇਖ ਲੂੰਗਾ ਕੋਰਟ ਦੇ ਵਿੱਚ ਜੀ। ਉਹ ਬੰਦੇ ਦੇ ਇੰਨਾ ਵਿਸ਼ਵਾਸ ਹੁੰਦਾ ਵੀ ਉਹ ਚਾਹੇ ਉਹਦੇ ਮੂਹਰੇ ਕਿੱਡਾ ਵੀ ਵੱਡਾ ਬੰਦਾ ਹੋਵੇ ਉਹਨੂੰ ਇੱਕ ਦਬਕਾ ਜ਼ਰੂਰ ਮਾਰ ਦਿੰਦਾ ਪਰ ਮੈਂ ਤੈਨੂੰ ਕੋਰਟ 'ਚ ਦੇਖ ਲੂੰਗਾ। ਬੇਸ਼ੱਕ ਉੱਥੇ ਉਹਦੇ ਲਈ ਕੁਛ ਉਹਦਾ ਫੈਸਲਾ ਉਹਦੇ ਹੱਕ 'ਚ ਜਾਵੇ ਗਲਤ ਜਾਵੇ ਉਹ ਵੱਖਰੀ ਗੱਲ ਆ, ਪਰ ਉਹਨੂੰ ਇੰਨਾ ਵਿਸ਼ਵਾਸ ਨਾਲ ਉਹ ਦਬਕਾ ਤਾਂ ਮਾਰ ਦਿੰਦਾ ਨਾ ਵੀ ਚੱਲ ਫਿਰ ਮੈਂ ਤੈਨੂੰ ਕੋਰਟ 'ਚ ਦੇਖਦਾ। ਸੋ ਇਹ ਨਿਆਂਪਾਲਿਕਾ ਦੇ ਵਿੱਚ ਇਹੋ ਜਿਹੇ ਜਿਹੜੀਆਂ ਕਮੀਆਂ ਖਾਮੀਆਂ ਦੂਰ ਹੋਣੀਆਂ ਚਾਹੀਦੀਆਂ, ਇਹ ਬਹੁਤ ਵੱਡੀ ਪਹਿਲ ਕਦਮੀ ਆ ਔਰ ਇਹ ਹੁੰਦੀ ਰਹਿਣੀ ਚਾਹੀਦੀ ਹੈ। ਇਹ ਤਾਂ ਸੀ ਜੀ ਹਾਈ ਕੋਰਟ ਦੀ ਗੱਲ ਕਿ ਹਾਈ ਕੋਰਟ ਦੇ ਵਿੱਚ ਕੁਝ ਸਫਾਈ ਅਭਿਆਨ ਜੱਜਸ ਵੱਲੋਂ ਦੇਖਿਆ ਗਿਆ ਕਿ ਕੀਤਾ ਗਿਆ ਕੁਝ ਨਾ ਕੁਝ ਕਿ ਜਿਹੜੇ ਕਿਤੇ ਨਾ ਕਿਤੇ ਜਿਹੜੀਆਂ ਖਾਮੀਆਂ ਆ ਉਹ ਦੂਰ ਕੀਤੀਆਂ ਜਾਣ ਤੇ ਲੋਕਾਂ ਦਾ ਜਿਹੜਾ ਨਿਆਂਪਾਲਿਕਾ 'ਚ ਭਰੋਸਾ ਉਹ ਕਾਇਮ ਰਵੇ। ਬਿਲਕੁਲ ਜੀ। ਤੇ ਭਾਰਤ ਸਰਕਾਰ ਵੀ ਕਿਸਾਨਾਂ ਲਈ ਕੁਝ ਹੋਰ ਕਰ ਰਹੀ ਹੈ ਕਿ ਕਿਸਾਨਾਂ ਨੂੰ ਕੁਝ ਫਾਇਦੇ ਦੇਣ ਦੀ ਗੱਲ ਆ ਤੇ ਕੀ ਆ ਉਹ ਗੰਨੇ ਦੀ ਕੋਈ ਗੱਲ ਸੀ ਖੇਤੀਬਾੜੀ 'ਚ? ਦੇਖੋ ਜੀ, ਹੁਣ ਜਦੋਂ ਟਕਰਾਅ ਪੈਦਾ ਹੋਇਆ ਕਿਸਾਨਾਂ ਦੇ ਨਾਲ ਜੀ ਤੇ ਕੋਸ਼ਿਸ਼ ਹੁੰਦੀ ਇਹ ਆ ਵੀ ਆਪਾਂ ਜਾ ਕੇ ਗੁਜਰਾਤ ਦੇ ਕਦੇ ਕਿਸਾਨਾਂ ਨੂੰ ਮਿਲੇ ਹੁੰਦੇ ਆ ਵੀ ਬਹੁਤ ਖੁਸ਼ਹਾਲ ਆ, ਤੇ ਜਾਂ ਆਪਾਂ ਵੱਖ-ਵੱਖ ਸੂਬਿਆਂ ਦੇ ਹੋਰ ਸੰਗਠਨਾਂ ਨੂੰ ਜਿਨ੍ਹਾਂ ਦੇ ਨਾਂ ਵੀ ਨੇ ਉਹਨਾਂ ਨੂੰ ਮੁਲਾਕਾਤ ਕਰਕੇ ਉਹਨਾਂ ਤੋਂ ਹਮਾਇਤ ਜਟਾਉਣ ਦੀ ਕੋਸ਼ਿਸ਼ ਕਰਦੇ ਆ ਜੀ। ਇਸੇ ਲੜੀ ਦੇ ਵਿੱਚ ਕੱਲ ਕੈਬਨਿਟ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਗੰਨਾ ਉਤਪਾਦਕਾਂ ਨੂੰ ਲਾਭ ਦੇਣ ਦਾ ਜਿਹੜਾ ਉਹ ਕਦਮ ਉਠਾਇਆ ਸੈਂਟਰ ਸਰਕਾਰ ਨੇ ਜੀ। ਹੁਣ ਗੰਨਾ ਉਤਪਾਦਕਾਂ ਦੀ ਜੇ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਹੀ ਮਿੱਲਾਂ ਵੱਲ ਕਰੋੜਾਂ ਦਾ ਬਕਾਇਆ ਪਿਆ ਜਿਹੜਾ ਕਿ ਕਿਸਾਨ ਇੱਕ ਸੀਜ਼ਨ ਖਤਮ ਹੋਣ ਤੋਂ ਬਾਅਦ ਦੂਜਾ ਸ਼ੁਰੂ ਵੀ ਹੋ ਜਾਂਦਾ ਪਰ ਉਹਨਾਂ ਨੂੰ ਉਹ ਪੈਸਾ ਨਹੀਂ ਮਿਲਦਾ ਜੀ। ਹੁਣ ਇਹਨਾਂ ਨੇ ਇਹ ਸੋਚਿਆ ਵੀ ਚਲੋ ਗੰਨਾ ਉਤਪਾਦਕਾਂ ਦਾ ਜਿਹੜਾ ਬਕਾਇਆ ਉਹ ਖੰਡ ਮਿੱਲਾਂ ਰਾਹੀਂ ਜਿਹੜਾ ਮਿਲਣਾ ਆ ਉਹ ਇਹਨਾਂ ਨੇ ਖੰਡ ਜਿਹੜੀ ਐਕਸਪੋਰਟ ਕਰਨੀ ਆ ਬਾਹਰ ਭੇਜਣੀ ਆ ਉਹ 3500 ਕਰੋੜ ਦੀ ਸਬਸਿਡੀ ਦੇਣੀ ਆ ਜੀ। ਉਹ ਸਬਸਿਡੀ ਜਿਹੜੀ ਮਿਲਣੀ ਆ ਉਹ ਗੰਨਾ ਉਤਪਾਦਕਾਂ ਦੇ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਜਾਊਗੀ। ਉਹ 6 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੋਈ ਇਹਨਾਂ ਨੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਆ। ਹੁਣ ਉਹਦੇ ਵਿੱਚ ਗੱਲ ਇੱਥੇ ਆਉਂਦੀ ਆ ਵੀ ਇਹਨਾਂ ਕੋਲ ਜਿਹੜੀ ਮੰਗ ਆ ਉਹ ਤਾਂ ਹੈਗੀ 260 ਲੱਖ ਟਨ ਖੰਡ ਦੀ, ਪਰ ਹੁਣ ਇਹਨਾਂ ਨੇ ਕਿਹਾ ਸੀ ਇਹ ਟੀਚਾ ਵਧਾ ਕੇ 310 ਲੱਖ ਟਨ ਕਰਨਾ ਜੀ। ਕਹਿਣ ਤੋਂ ਭਾਵ ਹੈ ਵੀ ਜੇ ਖੰਡ ਵੱਧ ਬਣੂਗੀ ਤਾਂ ਗੰਨਾ ਉਨਾ ਹੀ ਕੰਜ਼ਿਊਮ ਹੋਊਗਾ ਤੇ ਜਿੱਥੇ ਖੇਤੀਬਾੜੀ ਤੁਸੀਂ ਦੇਖਿਆ ਹੋਣਾ ਆਮ ਕਰਕੇ ਗੰਨੇ ਦੀ ਕਾਸ਼ਤ ਤੋਂ ਕਿਸਾਨ ਜਿਹੜਾ ਪਿੱਛੇ ਹਟਦਾ ਜਾ ਰਿਹਾ ਜੀ, ਕਿਉਂਕਿ ਜਦੋਂ ਸਮੇਂ ਸਿਰ ਉਹਨੂੰ ਪੈਸਾ ਹੀ ਨਹੀਂ ਮਿਲਣਾ, ਖੱਜਲ ਖੁਆਰੀ ਵਾਧੂ ਦੀ ਮਿਹਨਤ ਬਹੁਤ ਜ਼ਿਆਦਾ ਆਉਂਦੀ ਹੈ ਇਹਦੇ ਵਿੱਚ ਤੇ ਉਹ ਫਿਰ ਉਹਨੇ ਉਹ ਫਸਲ ਕਿਉਂ ਬੀਜੂਗਾ ਕਿਉਂਕਿ ਉਹਨੂੰ ਸਮੇਂ ਸਿਰ ਪੈਸਾ ਨਹੀਂ ਮਿਲਦਾ। ਕਰੋੜਾਂ ਰੁਪਏ ਖੜਾ ਮਿੱਲਾਂ ਦੇ ਵੱਲ ਮਿੱਲ ਖਾਤ ਖੜੀ ਕਰ ਦਿੰਦੀ ਵੀ ਸਾਨੂੰ ਸੈਂਟਰ ਤੋਂ ਨਹੀਂ ਆਉਂਦਾ। ਸੋ ਉਹਨੂੰ ਕੁੱਲ ਮਿਲਾ ਕੇ ਦੇਖੀਏ ਤਾਂ ਕਿਸਾਨਾਂ ਦੇ ਲਈ ਇੱਕ ਹਾਂ ਪੱਖੀ ਰਵੱਈਆ ਅਖਤਿਆਰ ਕਰਨ ਦਾ ਆਪਣੇ ਆਪ ਨੂੰ ਪੇਸ਼ ਕਰਨ ਲਈ ਸਰਕਾਰ ਨੇ ਇਹੋ ਜਿਹੇ ਕਦਮ ਚੁੱਕਣੇ ਸ਼ੁਰੂ ਕੀਤੇ ਆ ਜਿਹਦੇ 'ਚ ਗੰਨਾ ਉਤਪਾਦਕਾਂ ਨੂੰ ਲਾਭ ਜ਼ਰੂਰ ਹੋਊਗਾ ਔਰ ਸਰਕਾਰ ਵੱਲੋਂ ਦੱਸਿਆ ਗਿਆ ਕਿ ਘੱਟੋ ਘੱਟ 5 ਕਰੋੜ ਗੰਨਾ ਉਤਪਾਦਕਾਂ ਨੂੰ ਇਹਦਾ ਲਾਭ ਮਿਲੂਗਾ ਜਿਹਦੇ ਰਾਹੀਂ ਪੇ ਇਹਨਾਂ ਦੇ ਜਿਹੜੀ ਸਬਸਿਡੀ ਦੇ ਪੈਸੇ ਆ ਉਹਨਾਂ ਦੇ ਖਾਤਿਆਂ 'ਚ ਜਾਣਗੇ। ਕਿਉਂਕਿ ਪਹਿਲਾਂ ਵੀ ਉਹਨਾਂ ਨੇ ਕਈ ਸਕੀਮਾਂ ਇਹੋ ਜਿਹੀਆਂ ਚਲਾਈਆਂ ਜਿਹਦੇ 'ਚ ਆਪਾਂ ਦੇਖਦੇ ਪਏ ਹਰ 6 ਮਹੀਨੇ ਬਾਅਦ 2-2000 ਰੁਪਈਆ ਕਿਸਾਨਾਂ ਦੇ ਅਕਾਊਂਟ 'ਚ ਆਉਂਦਾ ਆ। ਸਰਕਾਰ ਨੇ ਜਾਰੀ ਕੀਤਾ ਹੋਇਆ ਫੰਡ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਆ, ਬੀਮਾ ਯੋਜਨਾ, ਕਈ ਤਰ੍ਹਾਂ ਦੀਆਂ ਆ। ਇਹ ਜਿਹੜੀ ਆ ਇਹ ਗੰਨਾ ਖੇਤਰ ਦੇ ਵਿੱਚ ਇੱਕ ਵੱਡੀ ਪਹਿਲ ਆ ਸਰਕਾਰ ਦੀ। ਇਹਦੇ ਨਾਲ ਥੋੜਾ ਜਿਹਾ ਜਿਹੜਾ ਕਿਸਾਨ ਮੂੰਹ ਵਿਟਰ ਗਿਆ ਸੀਗਾ ਗੰਨਿਆਂ ਵੱਲ ਨੂੰ, ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਇੱਕ ਗੰਨੇ ਦੀ ਖੇਤੀ ਹੋਰ ਵੱਧ ਕਰ ਸਕੇ ਤਾਂ ਕਿ ਉਹਨੂੰ ਵੱਧ ਤੋਂ ਵੱਧ ਪੈਸੇ ਮਿਲ ਸਕਣ ਜੀ। ਹਾਲਾਂਕਿ ਇਹ ਪਾਲਿਸੀ ਮੈਟਰ ਆ ਪਰ ਹੋਣਾ ਤਾਂ ਇਹ ਚਾਹੀਦਾ ਜੀ ਜਿੱਦਣ ਤੁਸੀਂ ਫਸਲ ਵੇਚਦੇ ਆ ਤਾਂ ਤੁਹਾਨੂੰ ਟਾਈਮ ਨਾਲ ਪੈਸੇ ਮਿਲਣੇ ਚਾਹੀਦੇ ਜੀ। 2-2 ਸਾਲ 3-3 ਸਾਲ ਲਟਕਾਉਣਾ ਤੇ ਕੋਈ ਚੰਗੀ ਗੱਲ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਸਮਾਂ ਸਮਾਪਤ ਹੈ ਜੀ। ਵਿਚਾਰ ਚਰਚਾ ਅੱਜ ਦਾ ਕਿਹੋ ਜਿਹਾ ਲੱਗਿਆ ਸਾਨੂੰ ਜ਼ਰੂਰ ਦੱਸਿਓ। ਅਗਲੀ ਵਾਰ ਫਿਰ ਮਿਲਾਂਗੇ ਕੁਝ ਹੋਰ ਵਿਚਾਰਾਂ ਤੇ ਚਰਚਾ ਕਰਦੇ ਹੋਏ। ਤਦ ਤੱਕ ਲਈ ਧੰਨਵਾਦ।